राजनीति कहा जाता है कि बदल दिंदी है बंदे नूं, बदल गए तुसीं सिस्टम और हालात बदल गए। अमित शाह होना दे नाल कदों गलबात हुई तुहाडी पार्टी शामिल होने बारे, या किवें सबब किवें बणिया, चर्चा किवें शुरू? पार्टी छड्डण समय सुखबीर सिंह बादल होना नाल गल हुई सी या पार्टी छड्डण तो बाद उन्हां नाल गलबात हुई होवे? कि जिवें पार्टी छड्डण तो पहਲਾਂ ਉਹਨਾਂ ਨਾਲ ਗੱਲ ਕਰਦਾ, ਭਾਵੇਂ ਉਹਨਾਂ ਨੂੰ ਮੇਰੇ ਘਰ ਆ ਕੇ ਬਹਿਣਾ ਪੈਂਦਾ, ਉਹ ਪਾਰਟੀ ਨਹੀਂ ਛੱਡਣ ਦਿੰਦੇ ਤੇ ਮੈਂ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ, ਨਾ ਹੀ ਮੇਰੇ 'ਚ ਨਹੀਂ ਹਿੰਮਤ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬੜੇ ਗ੍ਰੇਸਫੁਲੀ ਇੱਕ ਗੱਲ ਕਹਿਣਾ ਚਾਹੁੰਦਾ, ਆ ਜਿਹੜੇ ਤੁਹਾਡੇ 5-7 ਬੰਦੇ ਤੁਹਾਡੇ ਘੇਰੇ ਤੁਰੇ ਫਿਰਦੇ ਨਾ, ਤੁਹਾਨੂੰ ਇਹ ਮਹਾਂ ਨਲਾਇਕ ਨੇ, ਮਰਵਾ ਕੇ ਛੱਡਣਗੇ, ਮਰਵਾ ਰਹੇ ਨੇ ਰੋਜ਼। ਕਹਿੰਦੇ ਆਪਾਂ ਸੱਤ ਹੀ ਰਹਿ ਜਾਈਏ, ਸਰਕਾਰ ਆਵੇ ਨਾ, ਬੰਦੇ ਤਾਂ ਆਪਾਂ ਸੱਤ ਰਹੀਏ। ਅੱਜ ਸ਼੍ਰੋਮਣੀ ਅਕਾਲੀ ਦਲ ਸਥਿਤੀ 'ਚ ਨਹੀਂ ਹੈਗੀ ਕਿ ਦੇਸ਼ ਦੇ ਸਿੱਖਾਂ ਦੇ ਹਿੱਤਾਂ ਦੀ ਗੱਲ ਕਰ ਸਕੇ ਜਾਂ ਉਹਨਾਂ ਦੇ ਹਿੱਤਾਂ ਦਾ ਮਸਲੇ ਹੱਲ ਕਰਾ ਸਕੇ। ਅਕਾਲੀ ਦਲ ਛੋਟੀ ਪਾਰਟੀ ਬਣ ਗਈ ਕਿਉਂਕਿ ਇੱਕ ਤੇ ਬੀਐਸਪੀ ਨਾਲ ਇੱਕ ਇਹੋ ਜਿਹੀ ਪਾਰਟੀ ਨਾਲ ਉਹਨਾਂ ਦਾ ਅੱਜ ਅਲਾਇੰਸ ਆ ਜਿਹਦੀ ਰੈਲੀਵੈਂਸੀ ਨਹੀਂ ਹੈਗੀ ਕਿਤੇ। ਵਿਚਾਰਧਾਰਾ ਵੀ ਬਦਲ ਗਈ ਮਨਜਿੰਦਰ ਸਿੰਘ ਸਿਰਸਾ ਹੋਣਾ ਦੀ। ਜਥੇਦਾਰ ਸਾਹਿਬ ਬਿਆਨ ਦੇ ਰਹੇ ਕਿ ਤੁਸੀਂ ਡਰ ਕੇ ਆਏ ਹੋ ਬੀਜੇਪੀ ਦੇ ਵਿੱਚ। ਨਾ ਹੀ ਮੈਨੂੰ ਪਹਿਲਾਂ ਕੋਈ ਡਰਾ ਸਕਿਆ, ਨਾ ਕੋਈ ਗਾਂ ਡਰਾ ਸਕਿਆ। दो ऑप्शन सी मनजिंदर सिंह सिरसा दे कोल, या तो बीजेपी या फिर जेल जाने के डरों कहते बीजेपी शामिल हो गए। सुखबीर सिंह बादल भी ये गल कह रहे हैं कि अडवाणी हुणी तो हिमायत करते रहे कि अकाल तख्त साहिब से जो अटैक होया सी जस्टिफाई किया उन्होंने, कहते कि असीं पुश किया सी इंदिरा गांधी हुणां नूं अटैक करने वास्ते। ਉਹਦੀ ਵਿਚਾਰਧਾਰਾ ਦਾ ਮੈਨੂੰ ਨਹੀਂ ਪਤਾ, ਉਹਦੀ ਹੋਊਗੀ, ਪਰ ਅੱਜ ਉਹ ਐਗਜ਼ਿਸਟ ਨਹੀਂ ਕਰਦਾ ਪਾਰਟੀ 'ਚ। ਪਹਿਲੀ ਗੱਲ। ਦੂਜੀ ਗੱਲ, ਜਦੋਂ ਵੀ ਤੁਸੀਂ ਕਿਸੇ ਵੀ ਪਾਰਟੀ ਦੀ ਗੱਲ ਕਰੋਗੇ, ਹੁਣ ਮੈਂ ਸ਼੍ਰੋਮਣੀ ਅਕਾਲੀ ਦਲ ਸੀ ਤਾਂ ਵੀ ਲੋਕ ਮੈਨੂੰ ਇਸ ਗੱਲ ਤੇ ਗੱਲਾਂ ਕਰਦੇ ਸੀ, ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਤੀ, ਬਾਬੇ ਨੂੰ ਮਾਫ ਕਰਾਤਾ, ਨਸ਼ਾ। ਹੁਣ ਤੁਸੀਂ ਜਿਹੜੀ ਵੀ ਪਾਰਟੀ ਜਾਣੋ, ਲੋਕ ਨੇ ਤੁਹਾਨੂੰ ਗਾਲਾਂ ਤੇ ਕੱਢ। ਚਲੋ ਮੇਰੀ ਤੇ ਗੱਲ ਛੱਡ ਦਿਓ, ਉਹ ਸਿੱਧੂ ਮੂਸੇਵਾਲਾ ਗਿਆ, ਉਹਨੂੰ ਹਾਰ ਪੈ ਰਹੀ। ਸਿੱਖਾਂ ਤੇ ਅਟੈਕ ਹੋਇਆ ਸੀ ਉਦੋਂ ਬੀਜੇਪੀ ਵਾਲਿਆਂ ਨੇ, ਇਹਨਾਂ ਦੇ ਸਮਰਥਕਾਂ ਨੇ ਅੰਮ੍ਰਿਤਸਰ ਦੇ ਵਿੱਚ ਲੱਡੂ ਵੀ ਵੰਡੇ ਸੀ, ਔਰ ਇਹ ਕਹਿ ਰਹੇ ਨੇ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਮੰਨਦੇ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੇਰੀ ਸੋਚ ਬਦਲ ਜਿਵੇਂ ਉਦੋਂ ਮੈਨੂੰ ਸਵਾਲ ਕਰਿਓ, ਜਿਵੇਂ ਹੁਣ ਆ ਦੇਖੋ ਆਹ ਵਾਲੀ ਗੱਲ ਆ ਗਈ, ਲੋਕਾਂ ਨੇ ਸਵਾਲ ਕੀਤਾ ਕੰਗਨਾ ਰਣਾਵਤ ਦਾ ਕੀ ਹੋਊਗਾ। ਮੈਂ ਕਿਹਾ ਸਿਰਸੇ ਦਾ ਸਟੈਂਡ ਹੋਈ ਹੈ ਕੰਗਨਾ ਰਣਾਵਤ ਪਿੱਛੇ। ਜੋ ਬੀਜੇਪੀ ਨੂੰ ਜੁਆਇਨ ਕਰਨ ਤੋਂ ਪਹਿਲਾਂ ਸੀ, ਉਹਨੇ ਸਿੱਖਾਂ ਦੀ ਮੁਖਾਲਫਤ ਕੀਤੀ, ਉਹਨੂੰ ਕਿਸੇ ਸੂਰਤ 'ਚ ਮਾਫ ਨਹੀਂ ਕੀਤਾ ਜਾ ਸਕਦਾ। ਔਰ ਉਹ ਗੱਲ ਕਰਨਾ ਚਾਹੁੰਦੇ ਨੇ, ਉਹ ਕੰਮ ਕਰਨਾ ਚਾਹੋ, ਕਹਿੰਦੇ ਮੈਂ ਸਾਰੇ ਮਸਲੇ ਹੱਲ ਕਰਨਾ ਚਾਹੁੰਦਾ, ਦੱਸੋ ਕਿ ਆਉਂਦਾ ਕਿਉਂ ਨਹੀਂ ਅੱਗੇ। ਆਰਐਸਐਸ ਨੂੰ ਲੈ ਕੇ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ, ਉਹ ਕਹਿੰਦੇ ਕਿ ਆਰਐਸਐਸ ਬੈਨ ਹੋਣੀ ਚਾਹੀਦੀ ਹੈ। ਮਨਜਿੰਦਰ ਸਿੰਘ ਸਿਰਸਾ ਕੀ ਸੋਚਦੇ ਤੁਸੀਂ? ਹੁਣ ਉਸੇ ਪਾਰਟੀ 'ਚ ਧਾਰਾ ਤਾਂ ਆਰਐਸਐਸ ਦੀ ਚੱਲਦੀ ਹੈ ਬੀਜੇਪੀ ਦੇ ਅੰਦਰ ਹੋਊਗੀ, ਪਰ ਮੇਰੇ ਤੇ ਵਿਚਾਰਧਾਰਾ ਲਾਗੂ ਹੁੰਦੀ ਹੋਊਗੀ ਤਾਂ ਤੇ ਮੇਰੀ ਕੋਈ ਲੜਾਈ ਹੋਣੀ ਚਾਹੀਦੀ ਹੈ। ਪੰਜਾਬ ਇਲੈਕਸ਼ਨ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਕੀ ਸੋਚਦੇ ਆ? ਮਨਜਿੰਦਰ ਸਿੰਘ ਸਿਰਸਾ ਫਰੰਟ ਤੇ ਰਹਿਣਗੇ, ਪਰਦੇ ਦੇ ਪਿੱਛੇ ਹੋ ਕੇ ਖੇਲਣਗੇ? ਇਹ ਵੱਡੇ ਹੋਰ ਲੀਡਰ ਵੀ ਆ ਰਹੇ ਨੇ, ਪੰਜਾਬ ਤੋਂ ਜੁਆਇਨ ਕਰ ਰਹੇ ਨੇ ਬੀਜੇਪੀ ਨੂੰ। ਕੱਲ ਸਰਬਜੀਤ ਮੱਕੜ ਹੁਣੀ, ਸਾਬਕਾ ਡੀਜੀਪੀ ਵਿਰਕ ਹੁਣੀ ਜੁਆਇਨ ਕਰਕੇ ਗਏ। ਹੋਰ ਵੀ ਲੋਕ ਆ ਰਹੇ ਨੇ ਅਕਾਲੀ ਦਲ ਤੋਂ ਜਾਂ ਹੋਰ ਪਾਰਟੀਆਂ ਤੋਂ। ਦੇਖੋ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦਾ ਵੀ ਮੈਨੂੰ ਨਹੀਂ, ਪਰ ਮੈਨੂੰ ਜੋ ਜਾਣਕਾਰੀ ਮਿਲਦੀ ਪਈ ਆ ਉਹਦੇ ਮੁਤਾਬਕ ਵੱਡੇ ਲੀਡਰ ਤੇ ਨਹੀਂ ਆ ਰਹੇ, ਪਰ ਬਹੁਤ ਵੱਡੇ ਲੀਡਰ ਆ ਰਹੇ ਨੇ, ਬਹੁਤ ਵੱਡੇ। ਜੇ ਪਰਮਿੰਦਰ ਬਰਾੜ ਵਰਗੇ ਬੰਦੇ ਨੂੰ ਤੁਸੀਂ ਕੰਮ ਨਾ ਲੈ ਸਕੋ, ਉਹਨੂੰ ਧੱਕੇ ਮਾਰ ਕੇ ਤੁਸੀਂ ਕੱਢ ਦਿਓ ਬਾਹਰ, ਫਿਰ ਪਾਰਟੀ ਤੇ ਰਾਹ ਚ ਆਉਣ ਵਾਲੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਬੰਦਾ ਕੀ ਹੁੰਦਾ ਹੈ, ਰਾਜਨੀਤੀ ਕੀ ਹੁੰਦੀ ਹੈ? ਕਿਹਾ ਜਾਂਦਾ ਹੈ ਕਿ ਬੰਦਾ ਰਾਜਨੀਤੀ ਨੂੰ ਬਦਲਦਾ ਹੈ, ਪਰ ਰਾਜਨੀਤੀ ਬੰਦੇ ਨੂੰ ਬਦਲ ਦਿੰਦੀ ਹੈ। ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਛੱਡ ਕੇ ਬੀਜੇਪੀ ਸ਼ਾਮਲ ਹੋ ਗਏ, ਯਾਨੀ ਕਿ ਪਾਰਟੀ ਬਦਲ ਲਈ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ। ਸਵਾਲ ਵੀ ਬਹੁਤ ਉੱਠ ਰਹੇ ਨੇ, ਆਪਣੇ ਹੀ ਇਹਨਾਂ ਦੇ ਜੋ ਕਲੋਜ਼ ਰਹੇ ਸਵਾਲ ਚੁੱਕ ਰਹੇ ਨੇ। ਗੱਲਬਾਤ ਕਰਦੇ ਹਾਂ। ਸਿਰਸਾ ਸਾਹਿਬ ਸਾਡੇ ਨਾਲ ਨੇ। ਸਿਰਸਾ ਸਾਹਿਬ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਧੰਨਵਾਦ ਜੀ। ਇਹੋ ਜਿਹਾ ਕੀ ਹੋ ਗਿਆ ਕਿ ਸਿਰਸਾ ਸਾਹਿਬ ਬਦਲ ਗਏ? ਰਾਜਨੀਤੀ ਕਿਹਾ ਜਾਂਦਾ ਹੈ ਕਿ ਬਦਲ ਦਿੰਦੀ ਹੈ ਬੰਦੇ ਨੂੰ, ਬਦਲ ਗਏ ਤੁਸੀਂ ਵੀ? ਨਹੀਂ, ਮੈਂ ਕੋਈ ਨਹੀਂ ਬਦਲਿਆ, ਮੈਂ ਉੱਥੇ ਹੀ ਹਾਂ। ਸਿਸਟਮ ਔਰ ਹਾਲਾਤ ਬਦਲ ਗਏ। ਜਿਹੜੀ ਦੇਸ਼ ਦੇ ਅੰਦਰ, ਦੁਨੀਆ ਦੇ ਅੰਦਰ ਮਨਜਿੰਦਰ ਸਿੰਘ ਸਿਰਸਾ ਇਸ ਵਾਸਤੇ ਜਾਣਿਆ ਜਾਂਦਾ ਹੈ ਕਿ ਜਦੋਂ ਵੀ ਕਿਤੇ ਸਿੱਖ ਦਾ ਮਸਲਾ ਹੋਏਗਾ, ਉਹ ਸਭ ਤੋਂ ਪਹਿਲਾਂ ਮੇਰੇ ਤੱਕ ਪਹੁੰਚਦਾ, ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਅਗਰ ਸਿਰਸੇ ਤੱਕ ਪਹੁੰਚੇ ਤਾਂ ਮਸਲਾ ਹੱਲ ਹੋਏਗਾ। ਜਦੋਂ ਤੱਕ ਅਸੀਂ ਅਲਾਇੰਸ ਪਾਰਟਨਰ ਸੀਗੇ, ਹੁੰਦੇ ਵੀ ਸੀਗੇ। ਅੱਜ ਸ਼੍ਰੋਮਣੀ ਅਕਾਲੀ ਦਲ ਸਥਿਤੀ 'ਚ ਨਹੀਂ ਹੈਗੀ ਕਿ ਦੇਸ਼ ਦੇ ਸਿੱਖਾਂ ਦੇ ਹਿੱਤਾਂ ਦੀ ਗੱਲ ਕਰ ਸਕੇ ਜਾਂ ਉਹਨਾਂ ਦੇ ਹਿੱਤਾਂ ਦਾ ਮਸਲੇ ਹੱਲ ਕਰਾ ਸਕੇ। ਸੋ ਮੈਂ ਸਮਝਦਾ ਮੈਂ ਨਹੀਂ ਬਦਲਿਆ, ਹਾਲਾਤ ਬਦਲ ਗਏ। ਵਿਚਾਰਧਾਰਾ ਵੀ ਬਦਲ ਜਾਂਦੀ ਹੈ ਬੰਦੇ ਦੀ ਜਦੋਂ ਇੰਨੀ ਜਲਦੀ ਬਦਲ ਜਾਂਦੀ, ਕਿਉਂਕਿ ਅਕਾਲੀ ਦਲ ਕਿਸੇ ਹੋਰ ਤਰੀਕੇ ਨਾਲ ਸੋਚਦਾ, ਉਹਨਾਂ ਦੀ ਵਿਚਾਰਧਾਰਾ ਕੁਝ ਹੋਰ ਹੈ, ਬੀਜੇਪੀ ਦੀ ਵਿਚਾਰਧਾਰਾ ਹੋਰ ਹੈ। ਵਿਚਾਰਧਾਰਾ ਵੀ ਬਦਲ ਗਈ ਮਨਜਿੰਦਰ ਸਿੰਘ ਸਿਰਸਾ ਹੋਣਾ ਦੀ। ਜੇ ਮੇਰੀ ਵਿਚਾਰਧਾਰਾ ਬਦਲੂਗੀ ਉਦੋਂ ਤੁਸੀਂ ਇਹ ਗੱਲ ਕਹਿ ਸਕਦੇ ਜੇ। ਮਨਜਿੰਦਰ ਸਿੰਘ ਸਿਰਸੇ ਦੀ ਇੱਕ ਵਿਚਾਰਧਾਰਾ, ਉਹ ਵਿਚਾਰਧਾਰਾ ਸਿੱਖੀ ਦੀ ਵਿਚਾਰਧਾਰਾ ਹੈ, ਉਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਿੱਤੇ ਸੰਦੇਸ਼ ਤੇ ਉਪਦੇਸ਼ ਦੀ ਵਿਚਾਰਧਾਰਾ ਹੈ। ਸਗੋਂ ਮੈਂ ਇਹ ਜ਼ਰੂਰ ਕਹੂੰਗਾ ਕਿ ਜੋ ਲੋਕਾਂ ਦੀ ਇੱਕ ਸੋਚ ਬਣ ਚੁੱਕੀ ਆ, ਜਾਂ
ਦੇਸ਼ ਦੇ ਲੋਕਾਂ ਨੂੰ ਜਦੋਂ ਜਦੋਂ ਲੋੜ ਪੈਂਦੀ ਆ ਉਦੋਂ ਉਹ ਵਿਚਾਰਧਾਰਾ ਤੋਂ ਡਰਾ ਕੇ ਉਹਨਾਂ ਨੂੰ ਪਰਾਂ ਕੀਤਾ ਜਾਂਦਾ ਵੀ ਨਹੀਂ ਵੀ ਤੁਸੀਂ ਨਹੀਂ ਗੱਲ ਕਰੋਗੇ ਇਹਦੇ ਨਾਲ, ਕਿਉਂਕਿ ਜਿਹੜੇ ਰਾਜਸੀ ਲੋਕ ਨੇ ਉਹ ਚਾਹੁੰਦੇ ਨੇ ਕਿ ਇਹ ਸਿੱਖ ਜਿਹੜਾ ਸਾਡੇ ਨਾਲ ਜੁੜਿਆ ਰਹੇ, ਕਿਸੇ ਕੋਲ ਜਾਵੇ ਨਾ। ਸਗੋਂ ਇੱਕ ਮੌਕਾ ਹੈ, ਉਹਨਾਂ ਨੂੰ ਇਹ ਸਮਝ ਆਏਗਾ ਕਿ ਸਿੱਖ ਦੀ ਜਾ ਕੇ ਵਿਚਾਰਧਾਰਾ ਬਦਲਦੀ ਹੈ ਜਾਂ ਨਹੀਂ ਬਦਲਦੀ, ਸਗੋਂ ਬਾਕੀ ਲੋਕਾਂ ਨੂੰ ਸਮਝ ਆਊਗਾ ਤੇ ਹੋਰ ਲੋਕ ਵੀ ਜੁੜਨਗੇ। ਪਰ ਇਹ ਇਲਜ਼ਾਮ ਤਾਂ ਤੁਹਾਡੇ ਤੇ ਲੱਗ ਰਹੇ ਨੇ। ਜਥੇਦਾਰ ਸਾਹਿਬ ਬਿਆਨ ਦੇ ਰਹੇ ਕਿ ਤੁਸੀਂ ਡਰ ਕੇ ਆਏ ਹੋ ਬੀਜੇਪੀ ਦੇ ਵਿੱਚ। ਕਹਿੰਦੇ ਦੋ ਆਪਸ਼ਨ ਸੀਗੇ, ਉਹਨਾਂ ਨੇ ਮੁਗਲਾਂ ਦਾ ਐਗਜ਼ਾਮਪਲ ਦੇ ਕੇ ਦੱਸਿਆ ਕਿ ਜਾਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਦੀਨ ਚੁਣ ਲਓ ਜਾਂ ਧਰਮ ਚੁਣ ਲਓ, ਪਰ ਕਹਿੰਦੇ ਕਿ ਤੁਸੀਂ ਉਸੇ ਤਰ੍ਹਾਂ ਆਏ ਹੋ। ਕਹਿੰਦੇ ਦੋ ਆਪਸ਼ਨ ਸੀ ਮਨਜਿੰਦਰ ਸਿੰਘ ਸਿਰਸਾ ਦੇ ਕੋਲ, ਜਾਂ ਤਾਂ ਬੀਜੇਪੀ ਜਾਂ ਫਿਰ ਜੇਲ੍ਹ ਜਾਣ ਦੇ ਡਰੋਂ ਕਹਿੰਦੇ ਬੀਜੇਪੀ ਸ਼ਾਮਲ ਹੋ ਗਏ। ਸੁਖਬੀਰ ਸਿੰਘ ਬਾਦਲ ਵੀ ਇਹ ਗੱਲ ਕਹਿ ਰਹੇ ਨੇ। ਦੇਖੋ ਮੇਰੇ ਵਾਸਤੇ ਤਾਂ ਬੜਾ ਸੌਖਾ ਜਿਹਾ ਇਹ ਗੱਲ ਕਹਿ ਕੇ ਤੇ ਆਪਣੀ ਜਾਨ ਛਡਾ ਲੈਣਾ, ਬੜਾ ਸੌਖਾ ਜਿਹਾ ਇੱਕ ਗੱਲ। ਦੂਜੀ ਗੱਲ, ਜਦੋਂ ਤੱਕ ਤੇ ਜਥੇਦਾਰ ਸਾਹਿਬ ਦੀ ਗੱਲ ਆ, ਜਥੇਦਾਰ ਸਾਹਿਬ ਸਾਡੇ ਅੱਤ ਦੇ ਸਨਮਾਨਿਤ ਸ਼ਖਸੀਅਤ ਨੇ। ਮੇਰੀ ਹੈਸੀਅਤ ਔਰ ਮੇਰੀ ਔਕਾਤ ਨਹੀਂ ਕਿ ਮੈਂ ਜਥੇਦਾਰ ਸਾਹਿਬ ਦੀ ਕਿਸੇ ਵੀ ਗੱਲ ਤੇ ਪ੍ਰਤੀਕਿਰਿਆ ਦੇ ਸਕਾਂ। ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਗੱਲ ਕਹੀ ਗਈ। ਮੈਂ ਉਹਨਾਂ ਦੀ ਗੱਲ ਨੂੰ ਨਵੇਂ ਥੋਕੇ ਜ਼ਰੂਰ ਇਹ ਗੱਲ ਦੱਸਣਾ ਚਾਹੁੰਦਾ, ਡਰਿਆ ਮੈਂ ਉਦੋਂ ਨਾ ਜਦੋਂ ਮੈਨੂੰ ਪੁਲਿਸ ਅਰੈਸਟ ਕਰਕੇ ਗੱਡੀਆਂ 'ਚ ਬੰਦ ਕਰਕੇ ਲੈ ਕੇ ਜਾ ਰਹੀ ਸੀ, ਜਦੋਂ ਅੱਤ ਦਾ ਕਹਿਰ ਵਰਤ ਰਿਹਾ ਸੀ, ਮੁਕੱਦਮੇ ਦਰਜ ਕੀਤੇ ਜਾ ਰਹੇ ਸੀ ਲੋਕਾਂ ਤੇ। ਯੂਪੀ 'ਚ ਮੈਨੂੰ ਵੀ ਅਰੈਸਟ ਕੀਤਾ ਗਿਆ, ਦਿੱਲੀ 'ਚ ਇੱਥੋਂ ਮੈਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਡਰਿਆ ਮੈਂ ਉਦੋਂ ਨਾ, ਔਰ ਨਾ ਹੀ ਮੈਨੂੰ ਪਹਿਲਾਂ ਕੋਈ ਡਰਾ ਸਕਿਆ, ਨਾ ਕੋਈ ਗਾਂ ਡਰਾ ਸਕੇਗਾ। ਮੈਂ ਤੁਹਾਨੂੰ ਸਿਰਫ ਯਾਦ ਕਰਾਉਣਾ ਚਾਹੁੰਦਾ, ਮਮਤਾ ਬੈਨਰਜੀ ਜਿਹੜੀ ਕਿ ਇੰਨੀ ਜ਼ਾਲਮ ਮੰਨੀ ਜਾਂਦੀ ਆ, ਜੇ ਉਹਦੇ ਗੜ੍ਹ 'ਚ ਜਾ ਕੇ ਲੜਾਈ ਲੜੀ ਤੇ ਮਨਜਿੰਦਰ ਸਿੰਘ ਸਿਰਸੇ ਨੇ ਕੱਲਾ ਜਾ ਕੇ ਡਟ ਗਿਆ ਔਰ ਬੰਦਾ ਛਡਾ ਕੇ ਲੈ ਆ, ਚੁੱਕ ਕੇ ਅੰਦਰ ਦੇ ਦਿੰਦੀ। ਸ਼ਾਇਦ ਪਿੱਛੋਂ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਨਾ ਹੁੰਦਾ। ਡਰਿਆ ਨਹੀਂ, ਡਰਨ ਵਾਲੇ ਦਿਨ ਨਹੀਂ ਮੈਂ ਪੈਦਾ ਹੋਇਆ। ਅਕਾਲੀ ਦਲ ਦਾ ਮੈਂ ਲੰਬੇ ਸਮੇਂ ਤੱਕ 12 ਸਾਲ ਮੈਂ ਅਕਾਲੀ ਦਲ 'ਚ ਰਿਹਾ। ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮਜਬੂਰੀ ਵੀ, ਔਰ ਮੈਂ ਉਹਨਾਂ ਦੀ ਇਸ ਭਾਵਨਾ ਨੂੰ ਸਮਝਦਾ ਵੀ ਹਾਂ। ਪਹਿਲੀ ਗੱਲ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿੱਥੋਂ ਦੀ ਗੱਲ ਆ, ਮੈਂ ਬਹੁਤ ਛੋਟਾ ਜਿਹਾ ਆਦਮੀ ਹਾਂ, ਮੇਰੀ ਔਕਾਤ ਨਹੀਂ ਕਿ ਮੈਂ ਉਹਨਾਂ ਦੀ ਕੋਈ ਗੱਲ ਤੇ ਬੋਲ ਸਕਾਂ। ਉਹ ਵੱਡੇ ਲੋਕ ਨੇ, ਉਹਨਾਂ ਦੀ ਵੱਡੀਆਂ ਗੱਲਾਂ ਨੇ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸਵਾਏ ਇਸ ਇੱਕ ਐਲੀਗੇਸ਼ਨ ਲਾਉਣ ਦੇ ਮੇਰੇ ਖਿਲਾਫ ਕੁਝ ਬੋਲਣ ਨੂੰ ਨਹੀਂ। ਉਹ ਕੁਝ ਵੀ ਇਹ ਗੱਲ ਨਹੀਂ ਕਹਿ ਸਕਦੇ, ਉਹਨਾਂ ਨੂੰ ਪਤਾ ਹੈ, ਕਿਉਂਕਿ ਉਹਨਾਂ ਨੇ ਮੇਰੇ ਨਾਲ ਲੰਬੇ ਸਮੇਂ ਤੇ ਕੰਮ ਕੀਤਾ ਹੈ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਵੀ ਜਸਟੀਫਾਈ ਕਰਨਾ ਲੋਕਾਂ ਨੂੰ, ਤੇ ਠੀਕ ਆ, ਮੈਂ ਉਹਨਾਂ ਨੂੰ ਮਾਈਂਡ ਨਹੀਂ ਕਰਦਾ ਉਹਨਾਂ ਦੀ ਗੱਲ ਨੂੰ। ਪਰ ਮੈਂ ਜ਼ਰੂਰ ਦੱਸਣਾ ਚਾਹੁੰਦਾ, ਮੈਂ ਆਪਣੀ ਦੁਨੀਆ ਭਰ 'ਚ ਵਾਸਤੇ ਸਿੱਖਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਹੈ, ਸਿੱਖ ਨੂੰ ਲੜਾ ਕੇ ਭਿੜਾ ਕੇ ਆਈਸੋਲੇਸ਼ਨ 'ਚ ਲਿਜਾ ਕੇ ਇਹ ਬਹੁਤ ਵੱਡੀ ਖਤਰਨਾਕ ਇੱਕ ਰਣਨੀਤੀ ਆ। ਅੱਜ ਦੇਸ਼ ਦੇ ਅੰਦਰ ਹਰ ਕੋਨੇ 'ਚ ਸਿੱਖ ਬੈਠਾ ਹੈ, ਉਸ ਦੀਆਂ ਮੁਸੀਬਤਾਂ ਨੇ, ਔਰ ਉਹਨਾਂ ਦੀ ਮੁਸੀਬਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਇਲੈਕਸ਼ਨ ਜਿੱਤੇ ਹਾਰੇ ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦੀ ਗੱਲ ਦਾ ਮਸਲਾ ਤਾਂ ਹੀ ਹੱਲ ਹੁੰਦਾ ਜੇ ਕੋਈ ਉਹਨਾਂ ਦਾ ਮਸਲਾ ਹੱਲ ਕਰਾ ਸਕਦਾ ਹੋਵੇ। ਮੰਨ ਲਓ ਸ਼ਿਲੌਂਗ ਦੇ ਅੰਦਰ ਸਿੱਖਾਂ ਦੀ ਜ਼ਮੀਨ ਦਾ ਮਸਲਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੱਲ ਕਰਾਉਣ ਦਾ ਕੋਈ ਹੋਰ ਤਰੀਕਾ ਕਿ ਮੈਨੂੰ ਦੱਸੇ, ਮੈਂ ਉਹ ਅਡਾਪਟ ਕਰੂੰਗਾ। ਅੱਜ ਅਫਗਾਨਿਸਤਾਨ 'ਚ 235 ਸਿੱਖ ਫਸੇ ਖੜੇ ਨੇ, ਜਿੱਥੋਂ ਮੇਰੀ ਗੱਲ ਸ਼ੁਰੂ ਹੋਈ ਇਹਨਾਂ ਦੇ ਨਾਲ। ਹੁਣੇ ਇਸ ਤੋਂ ਪਹਿਲਾਂ ਮੈਂ ਇੰਟਰਵਿਊ ਕਰ ਰਿਹਾ ਸੀ ਦੂਜੇ ਚੈਨਲ ਤੇ ਹੁਣੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਉਹਨਾਂ ਦਾ ਰਸਤਾ ਕੱਢ ਦਿੱਤਾ ਹੈ ਤੇ ਅਸੀਂ ਜਹਾਜ਼ ਭੇਜ ਰਹੇ ਹਾਂ ਉਹਨਾਂ ਨੂੰ ਲਿਆਉਣ ਵਾਸਤੇ। ਇਹ ਸਾਰੇ ਇਹੋ ਜਿਹੇ ਮਸਲੇ ਨੇ ਦੇਸ਼ ਦੇ, ਜਿਨ੍ਹਾਂ ਦੇ ਹੱਲ ਕੱਢਣ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਪਾਰਟੀਆਂ ਤੇ ਤਿੰਨ ਹੀ ਨੇ ਪੰਜਾਬ ਦੀ। ਅਗਰ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਆ, ਬੜੇ ਲੋਕਾਂ ਨੇ ਐਲੀਗੇਸ਼ਨ ਲਾਏ, ਸਾਨੂੰ ਵੀ ਗਾਲਾਂ ਕੱਢਦੇ ਸੀ, ਬਹੁਤ ਕੁਝ ਮਾੜਾ ਚੰਗਾ ਬੋਲਦੇ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਸੀ ਭਾਰਤੀ ਜਨਤਾ ਪਾਰਟੀ ਨਾਲ, ਨੈਸ਼ਨਲ ਪਾਰਟੀ ਨਾਲ, ਮਸਲੇ ਹੱਲ ਹੁੰਦੇ ਸੀ। ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ, ਕਮਲਨਾਥ ਦਾ ਕੇਸ ਖੁਲਵਾਇਆ, ਕਿੰਨੇ ਖੁਲਵਾਇਆ? ਮੈਂ ਉਹ ਕਾਗਜ਼ ਤਿਆਰ ਕੀਤੇ। ਸਰਦਾਰਨੀ ਹਰਸਿਮਰਤ ਕੌਰ ਬਾਦਲ ਸਾਡੇ ਨਾਲ ਗਈ, ਮੇਰੇ ਕਰਕੇ ਨਹੀਂ ਬੀਜੇਪੀ ਨੇ ਸੁਣੀ, ਹਰਸਿਮਰਤ ਕੌਰ ਬਾਦਲ ਕਰਕੇ ਸੁਣੀ ਬੀਜੇਪੀ ਨੇ, ਉਹਨਾਂ ਦੀ ਗੱਲ ਸੁਣੀ, ਲੇਕਿਨ ਮਸਲਾ ਹੱਲ ਹੋਇਆ। ਅੱਜ ਉਹ ਸਿਚੁਏਸ਼ਨ ਹੀ ਨਹੀਂ ਹੈਗੀ ਕਿ ਹੋ ਸਕੇ। ਕਦੇ ਵਾਪਸ ਜਾਓਗੇ ਫਿਰ? ਮੰਨ ਲਓ ਉਸੇ ਸਿਚੁਏਸ਼ਨ ਤੇ ਅਕਾਲੀ ਦਲ ਆ ਜਾਂਦਾ ਕਦੇ, ਤਾਂ ਮਨਜਿੰਦਰ ਸਿਰਸਾ ਵਾਪਸੀ ਕਰਨਗੇ? ਜਾਂ ਮੈਂ ਇਹ ਸਵਾਲ ਪੁੱਛਾਂ ਕਿ ਜੇ ਬੀਜੇਪੀ ਦੀ ਥਾਂ ਤੇ ਅੱਜ ਪਾਵਰ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਕਾਂਗਰਸ ਹੁੰਦੀ ਤਾਂ ਮਨਜਿੰਦਰ ਸਿੰਘ ਸਿਰਸਾ ਫਿਰ ਵੀ ਇਹ ਰਾਹ ਚੁਣਦੇ, ਫਿਰ ਵੀ ਜਾਂਦੇ? ਨਹੀਂ, ਕਾਂਗਰਸ ਨਾਲ ਤੇ ਦੇਖੋ, ਕਿਉਂਕਿ ਮੈਂ ਖੁਦ ਭੁਗਤ ਭੋਗੀ ਹਾਂ, ਸਿੱਖ ਤੇ ਹੈਗੇ ਹੀ ਆ, ਮੈਂ ਖੁਦ ਭੁਗਤ ਭੋਗੀ ਹਾਂ। ਜ਼ਿੰਦਗੀ 'ਚ ਸਾਡਾ ਵੱਡਿਆ ਵੀ ਕਾਂਗਰਸ ਨਾਲ ਨਹੀਂ ਜਾ ਸਕਦਾ। ਪਰ ਗੱਲ ਸੱਤਾ ਦੀ ਨਹੀਂ ਹੈਗੀ। ਜਦੋਂ ਬੀਜੇਪੀ ਆਪੋਜੀਸ਼ਨ 'ਚ ਵੀ ਸੀ ਨਾ, ਤਾਂ ਵੀ ਨੈਸ਼ਨਲ ਪਾਰਟੀ ਆਪੋਜੀਸ਼ਨ ਸੀਗੀ, ਮਸਲੇ ਤਾਂ ਵੀ ਹੱਲ ਹੁੰਦੇ ਸੀ। ਮਸਲੇ ਹੱਲ ਕਰਾਉਣ ਵਾਸਤੇ ਤੁਹਾਨੂੰ ਨੈਸ਼ਨਲ ਪਾਰਟੀ ਕੋਈ ਵੀ ਹੋਵੇ, ਭਾਵੇਂ ਮੈਂ ਬੀਜੇਪੀ ਆ ਜਾਂ ਕਾਂਗਰਸ ਆ, ਉਹਨਾਂ ਦੇ ਮਸਲੇ ਉਹ ਵੀ ਹੱਲ ਕਰ ਸਕਦੇ ਨੇ, ਕਰਦੇ ਪਏ ਹੋਣਗੇ ਲੋਕਾਂ ਦੇ, ਭਾਵੇਂ ਆਪੋਜੀਸ਼ਨ 'ਚ ਹੋਵੇ। ਮੰਨ ਲਓ ਅੱਜ ਰਾਜਸਥਾਨ 'ਚ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਔਰ ਸਿੱਖ ਨਾਲ ਕੋਈ ਮਸਲਾ ਖੜਾ ਹੋ ਜਾਂਦਾ ਹੈ, ਤੇ ਯਾਰ ਪਰ ਆਪੋਜੀਸ਼ਨ 'ਚ ਤਾਂ ਹੈਗੀ ਆ ਨਾ, ਉਹਦੀ ਕੋਈ ਗੱਲ ਕਰਨ ਵਾਲਾ ਤਾਂ ਹੈਗਾ ਹੈ, ਉਹਦਾ ਕਾਡਰ 'ਚ ਸਰਦਾਰ ਨਾਲ ਕੋਈ ਖਲੋ ਤੇ ਜਾਊਗਾ ਜਾ ਕੇ ਸਿੱਖ ਨਾਲ।
ਗੱਲ ਇਹ ਆ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਅਸੀਂ ਕਦੇ ਵੀ ਕਾਂਗਰਸ ਦੇ ਨਾਲ ਨਹੀਂ ਵਰਤ ਸਕਦੇ, ਨਹੀਂ ਜਾ ਸਕਦੇ, ਪਰ ਤੁਹਾਨੂੰ ਯਾਦ ਹੋਊਗਾ ਕਿ ਅਡਵਾਨੀ ਹੁਣੀ ਤਾਂ ਹਿਮਾਇਤ ਕਰਦੇ ਰਹੇ ਕਿ ਅਕਾਲ ਤਖਤ ਸਾਹਿਬ ਤੇ ਜੋ ਅਟੈਕ ਹੋਇਆ ਸੀ ਜਸਟੀਫਾਈ ਕੀਤਾ ਉਹਨਾਂ ਨੇ। ਉਹ ਕਹਿੰਦੇ ਕਿ ਅਸੀਂ ਪੁਸ਼ ਕੀਤਾ ਸੀ ਇੰਦਰਾ ਗਾਂਧੀ ਹੁਣਾਂ ਨੂੰ ਅਟੈਕ ਕਰਨ ਵਾਸਤੇ। ਅਡਵਾਨੀ ਤਾਂ ਇਹ ਗੱਲ ਕਹਿ ਰਹੀ ਸੀ, ਇਹ ਵਿਚਾਰਧਾਰਾ ਪਾਰਟੀ ਜਿਸ ਪਾਰਟੀ ਤੁਸੀਂ ਗਏ ਹੋ ਹੁਣ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਇਹ ਗੱਲ। ਉਹਦੀ ਵਿਚਾਰਧਾਰਾ ਦਾ ਮੈਨੂੰ ਨਹੀਂ ਪਤਾ, ਉਹਦੀ ਹੋਊਗੀ, ਪਰ ਅੱਜ ਉਹ ਐਗਜ਼ਿਸਟ ਨਹੀਂ ਕਰਦਾ ਪਾਰਟੀ 'ਚ, ਪਹਿਲੀ ਗੱਲ। ਦੂਜੀ ਗੱਲ, ਜਦੋਂ ਵੀ ਤੁਸੀਂ ਕਿਸੇ ਵੀ ਪਾਰਟੀ ਦੀ ਗੱਲ ਕਰੋਗੇ, ਹੁਣ ਮੈਂ ਸ਼੍ਰੋਮਣੀ ਅਕਾਲੀ ਦਲ ਸੀ ਤਾਂ ਵੀ ਲੋਕ ਮੈਨੂੰ ਇਸ ਗੱਲ ਤੇ ਕਹਿਣਾ ਕੱਢਦੇ ਸੀ, ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਤੀ, ਬਾਬੇ ਨੂੰ ਮਾਫ ਕਰਾਤਾ, ਨਸ਼ਾ। ਹੁਣ ਤੁਸੀਂ ਜਿਹੜੀ ਵੀ ਪਾਰਟੀ ਜਾਣਾ, ਲੋਕਾਂ ਨੇ ਤੁਹਾਨੂੰ ਗਾਲਾਂ ਤੇ ਕੱਢਣੀ। ਇੱਕ ਗੱਲ ਦੱਸੋ, ਚਲੋ ਮੇਰੀ ਤੇ ਗੱਲ ਛੱਡ ਦਿਓ, ਉਹ ਸਿੱਧੂ ਮੂਸੇਵਾਲਾ ਗਿਆ, ਉਹਨੂੰ ਹਾਰ ਪੈ ਰਹੇ ਨੇ। ਸੋ ਇਹ ਗੱਲਾਂ ਤਾਂ ਰਹਿਣਗੀਆਂ, ਪਰ ਗੱਲ ਇਹ ਆ, ਆਪਾਂ ਨਾ ਬਦਲੀਏ, ਆਪਣੀ ਲੜਾਈ ਆਪਾਂ ਲੜੀਏ ਆਪਣੀ। ਤੁਸੀਂ ਦੇਖੋ ਅੱਜ ਲੋਕਾਂ ਦੇ ਸਵਾਲ ਹੋ ਵੀ ਸਕਦੇ। ਮੈਂ ਤੁਹਾਨੂੰ ਦੱਸਾਂ, ਹਜ਼ਾਰਾਂ ਲੋਕਾਂ ਨੇ ਮੈਨੂੰ ਇਸ ਗੱਲ ਦੀ ਵਧਾਈ ਵੀ ਦਿੱਤੀ ਆ, ਤੇ ਮੈਂ WhatsApp ਤੇ ਔਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਕਮੈਂਟਸ ਵੀ ਪਾਏ ਨੇ। ਮੈਂ ਜਾਣਦਾ ਮੇਰੇ ਫੋਲੋਅਰਸ ਨੂੰ ਵੀ ਕਈਆਂ ਨੂੰ ਦਰਦ ਹੋਇਆ ਹੋਊਗਾ। ਮੈਨੂੰ ਹਜ਼ਾਰਾਂ ਲੋਕ ਮੇਰੇ ਫੋਲੋਅਰਸ ਨੇ ਜਿਹਨਾਂ ਨੇ ਕਿਹਾ ਯਾਰ ਬਹੁਤ ਵਧੀਆ, ਪਰ ਕਈਆਂ ਨੇ ਮੈਨੂੰ ਇਹ ਵੀ ਕਿਹਾ ਕਿ ਨਹੀਂ ਚੰਗਾ। ਪਰ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਤੁਹਾਡੀ ਭਾਵਨਾ ਨੂੰ ਵੀ ਮੈਂ ਸਿਰ ਮੱਥੇ ਰੱਖਦਾ ਹਾਂ, ਪਰ ਤੁਸੀਂ ਜੇ ਤੇ ਮੇਰਾ ਪਰਪਸ ਕੰਮ ਕਰਨਾ ਸੀ ਸਿੱਖੀ ਦੇ, ਜਦੋਂ ਮੈਂ ਤੁਹਾਨੂੰ ਕੰਮ ਹੁੰਦੇ ਦਿਖਾਉਣਗੇ ਤੁਸੀਂ ਕਹੋਗੇ ਯਾਰ ਨਹੀਂ ਸਿਰਸੇ ਨੇ ਠੀਕ ਫੈਸਲਾ ਲਿਆ। ਜਦੋਂ ਸਿੱਖਾਂ ਤੇ ਅਟੈਕ ਹੋਇਆ ਸੀ ਉਦੋਂ ਬੀਜੇਪੀ ਵਾਲਿਆਂ ਨੇ, ਇਹਨਾਂ ਦੇ ਸਮਰਥਕਾਂ ਨੇ ਅੰਮ੍ਰਿਤਸਰ ਦੇ ਵਿੱਚ ਲੱਡੂ ਵੀ ਵੰਡੇ ਸੀ, ਔਰ ਇਹ ਕਹਿ ਰਹੇ ਨੇ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਮੰਨਦੇ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਮੈਂ ਤੁਹਾਨੂੰ ਇਹ ਕਹਿਣਾ, ਦੇਖੋ ਕੋਈ ਵੀ ਜਿਹੜੀ ਚੀਜ਼ ਅੱਗ ਲਾ ਸਕਦੀ ਆ, ਉਸ ਚੀਜ਼ ਦੇ ਉੱਤੇ ਪਾਣੀ ਪਾਉਣਾ ਚਾਹੀਦਾ ਹੈ। ਜਿਹੜੀ ਚੀਜ਼ਾਂ ਅੱਗ ਲਾਉਂਦੀਆਂ, ਇਹੀ ਇੱਕ ਪ੍ਰੋਬਲਮ ਰਹੀ, ਅੱਗ ਲਾਉਣ ਵਾਲੀਆਂ ਚੀਜ਼ਾਂ ਦੇ ਉੱਤੇ ਹੋਰ ਤੇਲ ਪਾਇਆ ਗਿਆ, ਹੋਰ ਐਸਿਡ ਪਾ ਕੇ ਉਹਨੂੰ ਹੋਰ ਮਚਾਇਆ ਗਿਆ। ਮੈਂ ਫਿਰ ਲਾਸਟ ਇੱਕ ਗੱਲ ਕਹੂੰਗਾ, ਤੁਸੀਂ ਆਪ ਜਾਂ ਆਪਣੇ ਸਰੋਤਿਆਂ ਤੋਂ, ਸੁਣਨ ਵਾਲਿਆਂ ਤੋਂ, ਦੇਖਣ ਵਾਲਿਆਂ ਤੋਂ ਤੁਸੀਂ ਪੁੱਛ ਕੇ ਮੈਨੂੰ ਜਵਾਬ ਦੇ ਦਿਓ ਜੇ ਕਿ ਮੈਂ ਸਾਰਿਆਂ ਨਾਲ ਗੱਲਬਾਤ ਕਰ ਲਈ, ਉਹਨਾਂ ਕਿਹਾ ਵੀ ਸਿਰਸਾ ਫਲਾਣੇ ਵਾਲੀ ਪਾਰਟੀ ਚਲੇ ਜੇ, ਇਹਨੇ ਕੰਮ ਕਰਨਾ, ਆਪ ਉਹਦਾ ਵਿਚਾਰ ਕਰ ਲੈਣੇ, ਕੋਈ ਅਰਜ਼ ਨਹੀਂ ਹੈਗਾ, ਉਹ ਨਾਮ ਦੇ ਦਿਓ ਜੀ। ਅਜੇ ਵੀ ਜਾ ਸਕਦੇ ਮਤਲਬ ਹੋਰ ਪਾਰਟੀ ਦੇ ਦੱਸ ਦਿਓ ਨਾ ਜੀ, ਵੀ ਮੈਨੂੰ ਲੱਗਦਾ ਹੈ, ਤੁਹਾਨੂੰ ਲੱਗਦਾ ਹੈ ਵੀ ਸਿਰਸਾ ਜੀ ਮੈਂ ਤੁਹਾਨੂੰ ਜਾਂ ਮੇਰੇ ਲੋਕ ਤੁਹਾਨੂੰ ਇਹ ਸੁਝਾਅ ਦੇ ਰਹੇ ਨੇ ਕਿ ਫਿਰ ਆਹ ਬੈਸਟ ਆ, ਦੱਸ ਦਿਓ ਕੀ ਆ, ਮੈਂ ਆਪਾਂ ਵਿਚਾਰ ਕਰ ਲਾਂਗੇ। ਤੇ ਜੋ ਤੁਹਾਨੂੰ ਚੰਗੀ ਲੱਗਦੀ ਹੋਗੀ, ਜਾਂ ਤੁਸੀਂ ਮੇਰੀ ਮੰਨ ਲਓਗੇ ਜਾਂ ਮੈਂ ਤੁਹਾਡੀ ਮੰਨ ਲੂੰਗਾ। ਇਹ ਕਈ ਦੂਸਰੇ ਮੰਨ ਦੋਨੋਂ ਬ੍ਰਹਮ ਗਿਆਨੀ, ਜਾਂ ਮੈਂ ਤੁਹਾਡੀ ਮੰਨ ਲੂ ਜਾਂ ਤੁਸੀਂ ਮੇਰੀ ਮੰਨ ਲਓ। ਮੈਂ ਸਵਾਲ ਇਹ ਤਾਂ ਕੀਤਾ ਸਿਰਸਾ ਸਾਹਿਬ, ਇਹ ਗੱਲ ਮੈਂ ਥੋੜੀ ਤਾਂ ਅੱਗੇ ਖਿੱਚ ਕੇ ਲੈ ਕੇ ਆਇਆ ਕਿਉਂਕਿ ਜਿਹੜਾ ਤੁਸੀਂ ਲੌਜੀਕ ਦਿੱਤਾ, ਬਹੁਤ ਲੋਕ ਤੁਹਾਨੂੰ ਪਿਆਰ ਕਰਦੇ ਨੇ, ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਲਗਾਤਾਰ ਅਫਗਾਨਿਸਤਾਨ ਦੇ ਸਿੱਖਾਂ ਦੇ ਮਸਲੇ ਚੁੱਕਦੇ ਰਹੇ ਹੋ, ਔਰ ਬਹੁਤ ਸਾਰੇ ਮਸਲੇ ਚੁੱਕੇ ਨੇ, ਔਰ ਹੱਲ ਵੀ ਕਰਵਾਇਆ। ਮੈਂ ਮੰਨਦਾ, ਅਗਲੀ ਗੱਲ ਵੀ ਸੁਣੋ ਨਾ, ਅਗਲੀ ਗੱਲ, ਮੈਂ ਸਵਾਲ ਕੰਪਲੀਟ ਨਹੀਂ ਕੀਤਾ, ਮੈਂ ਗੱਲ ਕੰਪਲੀਟ ਕਰਨਾ। ਮਸਲੇ ਚੁੱਕੇ, ਤੁਸੀਂ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਵੀ ਲਗਾਤਾਰ ਜ਼ੋਰ ਅਜਮਾਇਸ਼ ਕਰਦੇ ਰਹੇ, ਲਗਾਤਾਰ ਜ਼ੋਰ ਲਾਇਆ ਵੀ, ਬਹੁਤ ਸਾਰੇ ਸਿੱਖਾਂ ਦੇ ਮਸਲੇ ਤੁਸੀਂ ਹੱਲ ਵੀ ਕਰਾਏ, ਭਾਵੇਂ ਜਿੱਥੋਂ ਦਾ ਮਰਜ਼ੀ ਮਸਲਾ ਹੋਵੇ, ਮਨਜਿੰਦਰ ਸਿਰਸਾ ਚੁੱਕਦੇ ਰਹੇ। ਪਰ ਥੋੜਾ ਜਿਹਾ ਪਿੱਛੇ ਜਾ ਕੇ ਨਹੀਂ ਤੁਸੀਂ ਸੋਚਿਆ ਵੀ ਜਦੋਂ ਇਹਨਾਂ ਦੇ ਲੀਡਰ ਪ੍ਰਭਾਵ ਦੇ ਵਿੱਚ ਵੀ ਸੀ, ਜਾਂ ਅੱਜ ਵੀ ਹੈਗੇ ਤਾਂ ਬੀਜੇਪੀ ਦੇ ਵਿੱਚ ਨੇ ਨਾ, ਬਦਲਾਂਗੇ ਨਾ। ਮੈਂ ਤੁਹਾਨੂੰ ਇਹ ਕਹਿਣਾ ਹੈ ਭਾਜੀ, ਆਪਾਂ ਕਨਫਰੰਟ੍ਰੇਸ਼ਨ 'ਚ ਰਹਿ ਕੇ ਕੋਈ ਵੀ ਆਦਮੀ ਸਰਵਾਈਵ ਨਹੀਂ ਕਰ ਸਕਦਾ, ਠੀਕ ਆ। ਸਮਾਂ ਵਿਚਾਰਨਾ ਇਹ ਜ਼ਰੂਰੀ ਆਪਣੇ ਲਈ। ਅੱਜ ਆਪਾਂ ਇੱਕ ਲੜਾਈ ਪਾਰਟੀ ਨਾਲ ਪਾਈਏ, ਦੋ ਹੀ ਦੇਸ਼ ਦੀਆਂ ਨੈਸ਼ਨਲ ਪਾਰਟੀ ਨੇ, ਕੌਮਾਂਤਰੀ ਪਾਰਟੀ ਦੋ ਹੀ ਨੇ, ਜਾਂ ਕਾਂਗਰਸ ਜਾਂ ਬੀਜੇਪੀ। ਦੇਸ਼ ਦੇ ਅੰਦਰ ਅਗਰ ਕੋਈ ਮਸਲੇ ਦੀ ਗੱਲ ਕਰਾਂਗੇ, ਇਹ ਦੋ ਪਾਰਟੀ ਤੋਂ ਇਲਾਵਾ ਤੀਜਾ ਕੋਈ ਨਹੀਂ ਕਰ ਸਕਦਾ, ਇਹ ਰਿਐਲਿਟੀ ਆ। ਤੇ ਫਿਰ ਯੂ ਹੈਵ ਟੂ ਚੂਜ਼ ਬਿਟਵੀਨ them। ਦੂਜੀ ਗੱਲ, ਤੁਸੀਂ ਮੰਨ ਕੇ ਚਲੋ ਕਿ ਕੋਈ ਪਾਰਟੀ ਦੀ ਸੋਚ ਕੁਝ ਹੋਊਗੀ, ਉਹਦੀ ਸੋਚ ਨੂੰ ਬਦਲਣ ਵਾਸਤੇ ਵੀ ਕੋਈ ਕੁਝ ਕਰੂਗਾ ਤਾਂ ਹੀ ਬਦਲੂਗੀ। ਮੇਰੀ ਸੋਚ ਬਦਲ ਜਾਵੇ, ਉਦੋਂ ਮੈਨੂੰ ਸਵਾਲ ਕਰਿਓ ਜੀ ਵੀ ਹੁਣ ਆ ਦੇਖੋ ਆਹ ਵਾਲੀ ਗੱਲ ਆ ਗਈ, ਲੋਕਾਂ ਨੇ ਸਵਾਲ ਕੀਤਾ ਕੰਗਨਾ ਰਣਾਵਤ ਦਾ ਕੀ ਹੋਊਗਾ। ਮੈਂ ਕਿਹਾ ਸਿਰਸੇ ਦਾ ਸਟੈਂਡ ਹੋਈ ਜਾਂ ਕੰਗਨਾ ਰਣਾਵਤ ਪਿੱਛੇ? ਜੋ ਬੀਜੇਪੀ ਨੂੰ ਜੁਆਇਨ ਕਰਨ ਤੋਂ ਪਹਿਲਾਂ ਸੀ, ਉਹਨੇ ਸਿੱਖਾਂ ਦੀ ਮੁਖਾਲਫਤ ਕੀਤੀ, ਉਹਨੂੰ ਕਿਸੇ ਸੂਰਤ 'ਚ ਮਾਫ ਨਹੀਂ ਕੀਤਾ ਜਾ ਸਕਦਾ। ਯਾਰ ਮੈਂ ਕਿਸੇ ਪਾਰਟੀ 'ਚ ਰਹਿ ਕੇ ਬੇਬਾਕ ਹੋ ਕੇ ਆਪਣੀ ਗੱਲ ਕਰਕੇ ਆਪਣਾ ਮਸਲਾ ਹੱਲ ਕਰਾਉਣਾ, ਫਿਰ ਕਿਸੇ ਨੂੰ ਕੀ ਤਕਲੀਫ ਆ? ਹਾਂ, ਮੈਂ ਉਹਨਾਂ ਦੀ ਤਕਲੀਫ ਨੂੰ ਮੰਨੂਗਾ ਜਿੱਦਣ ਸਿੱਖੀ ਦਾ ਮਸਲਾ ਆਊਗਾ ਔਰ ਸਿਰਸਾ ਚੁੱਪ ਕਰ ਜਾਊਗਾ, ਫਿਰ ਤੁਹਾਡਾ ਸਵਾਲ ਚੁੱਕਣ ਦਾ ਹੱਕ ਬਣੂਗਾ ਔਰ ਤੁਹਾਨੂੰ ਮੈਨੂੰ ਕਹਿਣ ਦਾ ਵੀ ਹੱਕ ਬਣੂਗਾ। ਠੀਕ ਹੈ, ਕੰਗਨਾ ਰਣੌਤ ਤਾਂ ਬੀਜੇਪੀ ਸਪਾਂਸਰਡ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ, ਤੁਸੀਂ ਬੀਜੇਪੀ ਦਾ ਪੱਖ ਬਹੁਤ ਤਕੜੇ ਤਰੀਕੇ ਨਾਲ ਜੇ ਕਹੀਏ ਤਾਂ ਪੂਰਦੀ ਰਹੀ ਹੈ ਕੰਗਨਾ ਰਣੌਤ। ਪਰ ਪਹਿਲਾਂ ਵਾਲਾ ਸਟੈਂਡ ਤੁਸੀਂ, ਹਾਲਾਂਕਿ ਮੈਂ ਟਵੀਟ ਵੀ ਤੁਹਾਡਾ ਚੈੱਕ ਕਰਿਆ ਸੀ, ਟਵੀਟ ਤੇ ਵੀ ਤੁਸੀਂ ਇਹ ਗੱਲ ਕਲੀਅਰ ਕੀਤੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਬਦਲ ਤਾਂ ਨਹੀਂ ਜਾਣਗੇ ਮਨਜਿੰਦਰ ਸਿਰਸਾ? ਇਸ ਚੀਜ਼ ਨੂੰ ਲੈ ਕੇ ਲੋਕ ਜ਼ਰੂਰ ਸਵਾਲ ਕਰ ਰਹੇ ਨੇ, ਕਮੈਂਟ ਤੁਹਾਨੂੰ ਵੀ ਕਰ ਰਹੇ ਹੋਣਗੇ ਕਿ ਉਹੀ ਸਟੈਂਡ ਜਿਹੜਾ ਬਰਕਰਾਰ ਰਹੂਗਾ ਮਨਜਿੰਦਰ ਸਿਰਸਾ ਉਹਨਾਂ ਦਾ, ਜਾਂ ਜੇਲ੍ਹ ਜਾਊਗੀ ਕੰਗਨਾ ਰਣੌਤ? ਤਿੰਨ ਤਰ੍ਹਾਂ ਦੇ ਲੋਕੀ ਕਮੈਂਟ ਕਰ ਰਹੇ ਆ। ਲੋਕ ਕਹਿ ਰਹੇ ਨੇ ਬਹੁਤ ਵਧੀਆ ਫੈਸਲਾ ਕੀਤਾ। ਜਿਹੜੇ ਲੋਕ ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚ ਬੈਠੇ, ਜਿਹੜੇ ਆਈਸੋਲੇਟਿਡ ਜਗ੍ਹਾ ਤੇ, ਉਹਨੂੰ ਲੱਗਦਾ ਕਿ ਯਾਰ ਸਾਡੀ ਇੱਕ ਪਾਰਟੀ ਨਾਲ ਸਾਂਝ ਪੈ ਗਈ ਆ, ਸਾਨੂੰ ਇੱਕ ਸਿਕਿਉਰਿਟੀ ਮਿਲ ਗਈ ਆ। ਜਿਵੇਂ ਪੰਜਾਬ ਦੇ ਹਿੰਦੂ ਨੂੰ ਸਿਕਿਉਰਿਟੀ ਮਿਲਦੀ ਆ ਜਦੋਂ ਅਕਾਲੀ ਦਲ ਬੀਜੇਪੀ ਦਾ ਸਾਂਝ ਬਣੀ, ਨੂੰ ਲੱਗਦਾ ਸਾਨੂੰ ਸਿਕਿਉਰਿਟੀ ਮਿਲ ਗਈ ਆ। ਦੂਜੇ ਲੋਕ ਇਹ ਕਹਿ ਰਹੇ ਨੇ ਕਿ ਤੂੰ ਗਲਤ ਕੰਮ ਕੀਤਾ, ਬਹੁਤ ਗਲਤ ਕੰਮ ਕੀਤਾ, ਨਹੀਂ ਕਰਨਾ ਚਾਹੀਦਾ ਸੀ, ਦੋ ਗਾਲਾਂ ਵੀ ਕੱਢਦੇ ਨੇ। ਮੰਨਦਾ ਉਹਨਾਂ ਦੀ ਗੱਲ, ਉਹਨਾਂ ਦੀ ਭਾਵਨਾ ਵੀ ਹੋਊਗੀ, ਮੈਂ ਉਹਨਾਂ ਦੀ ਭਾਵਨਾ ਨੂੰ ਦਰਕਨਾਰ ਬਿਲਕੁਲ ਨਹੀਂ ਕਰ ਸਕਦਾ। ਤੀਜੇ ਲੋਕ ਨੇ ਜਿਹੜੇ ਕਹਿ ਰਹੇ ਨੇ ਯਾਰ ਕੋਈ ਗੱਲ ਨਹੀਂ, ਬਸ ਤੁਸੀਂ ਕਿਤੇ ਹੋਇਓ ਬਦਲਿਓ ਨਾ ਜੇ, ਜਿਹੜੀ ਗੱਲ ਤੁਸੀਂ ਕਹੇ। ਤਿੰਨੇ ਤਰ੍ਹਾਂ ਦੇ ਲੋਕ ਗੱਲ ਕਰ ਰਹੇ।
ਤੀਜੀ ਸਿਚੁਏਸ਼ਨ ਜਦੋਂ ਬਦਲੂਗੀ ਉਦੋਂ ਤਾਂ ਤੁਸੀਂ ਮੈਨੂੰ ਕਹਿ ਸਕਦੇ ਜੀ, ਪਰ ਅੱਜ ਤਾਂ ਨਹੀਂ ਕਹਿ ਸਕਦੇ। 12 ਸਾਲ ਤੋਂ ਮੈਂ ਲੜਾਈ ਲੜ ਰਿਹਾ। ਕੋਈ ਦੱਸੇ, ਮੈਂ ਬੀਜੇਪੀ ਸੀਗਾ, ਐਮਐਲਏ ਦੇ ਰੂਪ ਦੇ ਅੰਦਰ ਮੈਨੂੰ ਮੌਕਾ ਮਿਲਿਆ, ਅਕਾਲੀ ਦਲ ਤੋਂ ਮੈਂ ਇਲੈਕਸ਼ਨ ਲੜਿਆ, ਮੇਰਾ ਸਿੰਬਲ ਬੀਜੇਪੀ ਦਾ, ਤੇ ਦਿੱਲੀ ਦੇ ਮੁਕਰਜੀ ਨਗਰ 'ਚ ਮਸਲਾ ਖੜਾ ਹੋ ਗਿਆ। ਲੋਕਾਂ ਕਹਿੰਦੇ ਬੀਜੇਪੀ ਦਾ ਹੈ ਜੀ। ਉਹ ਸਰਕਾਰ ਦੇ ਖਿਲਾਫ ਮੈਂ ਆਵਾਜ਼ ਚੁੱਕੀ, ਸਾਰੇ ਪੁਲਿਸ ਵਾਲੇ ਨੌਕਰੀ ਤੋਂ ਡਿਸਮਿਸ ਕਰਾਏ। ਉਹ ਪਾਰਟੀ ਮੈਨੂੰ ਕਿਉਂ ਲੈ ਕੇ ਗਈ? ਇਸ ਕਰਕੇ ਕਿ ਯਾਰ ਜਿਹੜਾ ਬੰਦਾ ਡਟ ਕੇ ਖੜਾ ਹੋ ਕੇ ਆਪਣੀ ਕੌਮ ਦੀ ਗੱਲ ਕਰ ਸਕਦਾ ਏ, ਇਹ ਕਿਤੇ ਵੀ ਖੜਾ ਹੋਊਗਾ, ਘੱਟੋ ਘੱਟ ਸਾਨੂੰ ਵੀ ਰਸਤਾ ਦਿਖਾਊਗਾ। ਔਰ ਉਹ ਕੱਲ ਕਰਨਾ ਚਾਹੁੰਦੇ ਨੇ, ਉਹ ਕੰਮ ਕਰਨਾ ਚਾਹੋ, ਕਹਿੰਦੇ ਮੈਂ ਸਾਰੇ ਮਸਲੇ ਹੱਲ ਕਰਨਾ ਚਾਹੁੰਦਾ, ਦੱਸੋ ਕਿ ਆਉਂਦਾ ਕਿਉਂ ਨਹੀਂ ਅੱਗੇ? ਗੱਲ ਤਾਂ ਠੀਕ ਹੈ, ਮੈਂ ਛੱਡ ਕੇ ਗਿਆ। ਅੱਛਾ, ਦੂਜੀ ਗੱਲ, ਦੋ ਗੱਲਾਂ ਮੈਂ ਤੁਹਾਡੇ ਲੋਕਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ, ਪ੍ਰੋ ਪੰਜਾਬ ਤੇ ਸੁਣਨ ਵਾਲੇ ਮੇਰੇ ਵੀਰੋ, ਪੰਜਾਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਲੜ ਕੇ ਆਈਸੋਲੇਸ਼ਨ 'ਚ ਰਹਿ ਕੇ ਆਪਣਾ ਨੁਕਸਾਨ ਹਮੇਸ਼ਾ ਸਾਨੂੰ ਅੱਗੇ ਕੀਤਾ ਜਾਂਦਾ ਹੈ। ਐਮਰਜੈਂਸੀ ਤੋਂ ਲੈ ਕੇ ਸਾਰੀ ਚੀਜ਼ਾਂ ਸਾਨੂੰ ਅੱਗੇ ਕੀਤਾ ਜਾਂਦਾ ਹੈ। ਉਹਦਾ ਨੁਕਸਾਨ ਅਸੀਂ ਬਹੁਤ ਸਮੇਂ ਤੱਕ ਭੁਗਤਦੇ ਹਾਂ। ਜੋ ਐਮਰਜੈਂਸੀ 'ਚ ਹੋਇਆ ਉਹਦੇ ਬਾਅਦ ਸਿੱਖਾਂ ਨੂੰ ਨੁਕਸਾਨ ਦਿੱਲੀ 'ਚ ਭੁਗਤਣਾ ਪਿਆ, ਦਰਬਾਰ ਸਾਹਿਬ ਭੁਗਤਣਾ ਪਿਆ। 26 ਜਨਵਰੀ ਨੂੰ ਜੋ ਹੋਇਆ ਹਾਲਾਤ ਤੁਸੀਂ ਦੇਖਿਓ, ਉਹਦਾ ਨੁਕਸਾਨ ਫਿਰ ਸਾਨੂੰ ਹੀ ਭੁਗਤਣਾ ਪਿਆ। ਸਾਨੂੰ ਹੀ ਕਿਹਾ, ਸਭ ਕੁਝ ਕਿਹਾ ਗਿਆ। ਮਸਲਾ ਕਿਸਾਨੀ ਦਾ ਹੈ, ਕਿਸਾਨੀ ਦਾ ਰਹਿਣਾ ਚਾਹੀਦਾ। ਲੜੇ, ਕਾਨੂੰਨ ਵਾਪਸ ਕਰਾਏ। ਕਿੰਨੇ ਵਾਪਸ ਕਰਾਏ? ਕਿਸਾਨਾਂ ਨੇ। ਉਹਨਾਂ ਦੀ ਜਜ਼ਬੇ ਨੂੰ ਮੈਂ ਸਲਾਮ ਕਰਦਾ, ਉਹਨਾਂ ਮਾਤਾਵਾਂ ਦੇ ਜਜ਼ਬੇ ਨੂੰ ਸਲਾਮ ਕਰਦਾ, ਪਰ ਅਸੀਂ ਡਟ ਕੇ ਖੜੇ ਰਹੇ। ਉਦੋਂ ਕੋਈ ਕ੍ਰੈਡਿਟ ਲੈਣ ਨਹੀਂ ਗਏ, ਕੋਈ ਸਰੋਪਾ ਲੈਣ ਨਹੀਂ ਗਏ। ਹੁਣ ਮੈਂ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਸੀ, ਬੜੀ ਜ਼ਰੂਰੀ ਸੀ, ਮੈਂ ਤੁਹਾਨੂੰ ਉਹਦੇ ਜਵਾਬ ਦੇ ਵਾਸਤੇ ਤੁਹਾਨੂੰ ਬੇਨਤੀ ਕਰਨ ਲੱਗਾ ਹਾਂ ਕਿ ਤੁਸੀਂ ਮਾੜਾ ਚੰਗਾ ਕਹੋ, ਲੇਕਿਨ ਉਦਣ ਸ਼ੁਰੂ ਕਰਿਓ ਜੀ ਜਿੱਦਣ ਤੁਹਾਨੂੰ ਇਹ ਲੱਗੇ ਕਿ ਮੈਂ ਬਦਲ ਗਿਆ। ਇੱਕ ਗੱਲ। ਦੂਜੀ ਗੱਲ, ਮੈਂ ਕੱਲਾ ਵਾਹਦ ਆਦਮੀ ਹਾਂ। ਮੈਂ ਤੁਹਾਡੇ ਲੋਕਾਂ ਨੂੰ ਜ਼ਰੂਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਬੜੀ ਨਿਮਰਤਾ ਸਹਿਤ, ਪਹਿਲਾਂ ਮੈਂ ਦਿੱਲੀ ਕਮੇਟੀ ਛੱਡੀ। ਲੋਕ ਇਹਨੂੰ ਲੈਣ ਪਿੱਛੇ ਜਾਂਦੇ ਨੇ ਪਾਰਟੀਆਂ 'ਚ ਵੀ ਲੈ ਲਓ, ਛੱਡੀ, ਕੁਛ ਲਿਆ ਨਹੀਂ, ਛੱਡਿਆ। ਦੂਜੀ ਗੱਲ, ਛੱਡਣ ਲੱਗੇ ਲੋਕ ਪਤਾ ਕੀ ਕਰਦੇ ਨੇ? ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੇ, ਗਾਲਾਂ ਕੱਢ ਕੇ ਜਾਂਦੇ ਨੇ। ਕੋਈ ਕਹੇਗਾ ਸੁਖਬੀਰ ਬਾਦਲ ਗਲਤ ਸੀ, ਕੋਈ ਕਹੂਗਾ ਪਾਰਟੀ ਗਲਤ ਸੀ, ਕੋਈ ਕਹੂਗਾ ਬੇਅਦਬੀ ਕਰਾਤੀ, ਕੋਈ ਕਹੂਗਾ ਸਰੂਪਾਂ ਦੀ ਗੱਲ ਸੀ, ਕੋਈ ਕਹੂਗਾ ਨਸ਼ੇ ਦੀ ਗੱਲ ਸੀ। ਨਾ, ਕੋਈ ਗੱਲ ਨਹੀਂ ਸੀ ਭਾਈ। ਸਿਰਫ ਇੱਕੋ ਗੱਲ ਸੀਗੀ ਕਿ ਮੈਨੂੰ ਇਹ ਲੱਗਦਾ ਹੈ ਕਿ ਜੇ ਜੋ ਕੰਮ ਮੈਂ ਕਰਦਾ, ਮੇਰੀ ਸ਼ਮਤਾ ਕੰਮ ਕਰਨ ਦੀ, ਮੈਂ ਫਾਈਟਰ ਹਾਂ, ਮੇਰੀ ਲੜਨ ਦੀ ਸ਼ਮਤਾ, ਮੇਰੀ ਕੰਮ ਕਰਨ ਦੀ ਸ਼ਮਤਾ ਹੈ। ਪਰ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਮਤਾ ਹੈ ਉਹ ਸੀਮਿਤ ਰਹਿ ਗਈ ਪੰਜਾਬ ਤੱਕ ਔਰ ਪੰਜਾਬ ਦੀ ਸੱਤਾ ਹਾਸਲ ਕਰਨ ਤੱਕ। ਉਹਨਾਂ ਨੂੰ ਉਹਨਾਂ ਦੀ ਚੀਜ਼ ਮੁਬਾਰਕ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਮੈਂ ਉਹਨਾਂ ਨੂੰ ਵੀ ਕੋਈ ਗਲਤ ਨਹੀਂ ਕਹਿ ਰਿਹਾ। ਬਹੁਤ ਵੱਡੀ ਪਾਰਟੀ ਔਰ ਬੜੇ ਵੱਡੇ ਲੋਕ ਨੇ, ਪਰ ਮੈਂ ਇਹ ਸਮਝਦਾ ਕਿ ਅਗਰ ਦੇਸ਼ ਦੇ ਸਿੱਖਾਂ ਦੀ ਗੱਲ ਕਰਨੀ, ਜੰਮੂ ਕਸ਼ਮੀਰ ਦੇ ਲੋਕਾਂ ਨੂੰ ਉਹਨਾਂ ਦਾ ਰਾਈਟ ਦਿਵਾਉਣਾ, ਭਾਵੇਂ ਮਿਨੋਰਟੀ ਸਟੇਟਸ ਦੀ ਗੱਲ ਹੋਵੇ, ਭਾਵੇਂ ਨੌਕਰੀ ਰਿਜ਼ਰਵੇਸ਼ਨ ਦੀ ਗੱਲ ਹੋਵੇ, ਜੇ ਕਸ਼ਮੀਰ ਦੇ, ਜੇ ਉੱਤਰ ਪ੍ਰਦੇਸ਼ ਦੇ ਸਿੱਖਾਂ ਦੀ ਗੱਲ ਹੋਵੇ, ਜੇ ਉਹਨਾਂ ਨੂੰ ਜਗ੍ਹਾ ਦਿਵਾਉਣੀ ਜਾ ਕੇ, ਤੇ ਉਹਨਾਂ ਦੇ ਸਿੱਖਾਂ ਦੀ ਗੱਲ ਉੱਥੋਂ ਦੀ ਪਾਰਟੀ ਹੀ ਕਰ ਸਕਦੀ ਆ। ਜੇਕਰ ਸਿੱਕਿਮ ਦੀ ਜਗ੍ਹਾ ਦੀ ਗੱਲ ਹੋਵੇ, ਡਾਂਗਮਰ ਗੁਰਦੁਆਰੇ ਦੀ ਗੱਲ, ਤੇ ਉਹ ਸਰਕਾਰ ਹੀ ਕਰਾ ਕੇ ਦੇ ਸਕਦੀ ਹੈ, ਅਕਾਲੀ ਦਲ ਨਹੀਂ ਕਰਕੇ ਦੇ ਸਕਦੀ। ਜੇਕਰ ਮੇਘਾਲਿਆ ਦੇ ਅੰਦਰ ਸ਼ਿਲੌਂਗ ਨੂੰ ਸਿੱਖਾਂ ਨੂੰ ਜਗ੍ਹਾ ਦਿਵਾਉਣ ਦੀ ਗੱਲ ਹੋਵੇ ਤੇ ਅਕਾਲੀ ਦਲ ਨਹੀਂ ਕਰ ਸਕਦੀ। ਜੇਕਰ ਸਿਗਲੀਗਰ ਸਿੱਖਾਂ ਦੀ ਗੱਲ ਹੋਵੇ ਮੱਧ ਪ੍ਰਦੇਸ਼ ਅੰਦਰ, ਅਕਾਲੀ ਦਲ ਨਹੀਂ ਕਰ ਸਕਦੀ। ਔਰ ਮੈਂ ਤੁਹਾਨੂੰ ਇਹ ਵੀ ਇੱਥੇ ਦੱਸ ਦਵਾਂ, ਸਿਗਲੀਗਰ ਸਿੱਖਾਂ ਦਾ ਇਸ਼ੂ ਇੰਨਾ ਪੱਖ ਦਾ ਇਸ਼ੂ ਸੀਗਾ ਮੇਰੇ ਕਹਿਣੇ ਤੇ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਕਦੀ ਕਿਸੇ ਕੰਮ ਲਈ ਨਾ ਨਹੀਂ ਕੀਤੀ, ਕਦੀ ਨਹੀਂ ਕੀਤੀ ਉਹਨਾਂ ਨੇ। ਮੇਰੇ ਕਹਿਣੇ ਤੇ ਉਹਨਾਂ ਨੇ 3 ਵਾਰ ਕੋਸ਼ਿਸ਼ ਕੀਤੀ ਸ਼ਿਵਰਾਜ ਸਿੰਘ ਚੌਹਾਨ ਨਾਲ ਗੱਲ ਕਰਨ ਦੀ, ਕੋਈ ਰਿਸਪੌਂਸ ਨਹੀਂ ਗਾ। ਉਹ ਸਿੱਖ ਵਿਚਾਰੇ ਮੈਨੂੰ ਲੱਭਦੇ ਪਏ ਨੇ। ਹੁਣ ਅਫਗਾਨਿਸਤਾਨ ਦੇ ਅੰਦਰ 335 ਲੋਕ ਫਸੇ ਖਲੋਤੇ ਨੇ, ਕਿੰਨੇ ਦਿਨ ਤੋਂ ਮੱਥਾ ਮਾਰਦਾ, ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ। ਫਿਰ ਗ੍ਰਹਿ ਮੰਤਰੀ ਨੂੰ ਕਿਹਾ, 15 ਦਿਨ ਤੱਕ ਲੱਗ ਗਏ ਗ੍ਰਹਿ ਮੰਤਰੀ ਨਾਲ ਗੱਲ ਕਰਨ ਤੋਂ। ਜਿੱਦਣ ਗੱਲ ਕੀਤੀ ਮੈਨੂੰ ਦੱਸਿਆ ਮੇਰਾ ਬੜਾ ਇੰਪੋਰਟੈਂਟ ਇਸ਼ੂ ਹੈ ਜੀ, ਮੈਂ ਹੁਣੇ ਮਿਲਣਾ ਚਾਹੁੰਦਾ। ਫਿਰ ਮੈਨੂੰ ਟਾਈਮ ਮਿਲਿਆ, ਫਿਰ ਮੈਂ ਜਾ ਕੇ ਦੱਸਿਆ ਯਾਰ ਬੰਦੇ ਫਸ ਜਾਣਗੇ। ਹੁਣੇ ਤੁਹਾਡੇ ਤੋਂ 10 ਮਿੰਟ ਬੈਠਾ ਪਹਿਲਾਂ ਹੀ ਹੁਣੇ ਉਹਨਾਂ ਦਾ ਫੋਨ ਆਇਆ, ਤੁਸੀਂ ਸੁਣ ਹੀ ਰਹੇ ਸੀ ਵੀ ਕਰਤਾ ਇੰਤਜ਼ਾਮ, ਤੇ ਮੈਂ ਸਾਰੇ ਬੰਦੇ ਕਢਾ ਰਹੇ ਹਾਂ। ਮੇਰੇ ਕਹਿਣ ਦਾ ਭਾਵ ਇਹ ਆ ਕਿ ਬੰਦੇ 에ਅਰਲਿਫਟ ਕਰਕੇ ਲਿਆ ਰਹੇ ਹੋ? ਮੈਨੂੰ ਅਜੇ ਟੀਵੀ ਤੇ ਨਾ ਪੁੱਛੋ, ਪਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਦਿੰਦਾ ਕਿ ਤੁਹਾਨੂੰ, ਕਿਉਂਕਿ ਤੁਸੀਂ ਸਭ ਤੋਂ ਪਹਿਲੇ ਸੀ, ਕੱਲ ਵੀ ਤੁਸੀਂ ਬੜਾ ਟਾਈਮ ਲਾ ਕੇ ਗਏ ਸੀ ਮੇਰੇ ਨਾਲ, ਮੈਂ ਨਹੀਂ ਕਰ ਪਾਇਆ, ਪਰ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਸਾਰੀ ਜਾਣਕਾਰੀ ਦੂੰਗਾ ਕਿ ਉਹਨੀ ਸਿਕਿਉਰਿਟੀ ਦਾ ਮਸਲਾ ਵਿਚਾਰਿਆਂ ਦੀ ਕੋਈ ਨੁਕਸਾਨ ਨਾ ਹੋ ਜਾਏ। ਠੀਕ ਹੈ, ਚਲੋ ਹੁਣ ਇੱਕ ਗੱਲ ਤੁਸੀਂ ਬਹੁਤ ਇੰਪੋਰਟੈਂਟ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਜਿਹਦੇ ਨਾਲ ਲੰਬਾ ਸਮਾਂ ਤੁਸੀਂ ਰਹੇ ਹੋ, ਉਹਨਾਂ ਦਾ ਸਿਰਫ ਮਕਸਦ ਇਹ ਹੈ ਕਿ ਸੱਤਾ ਹਾਸਲ ਕਰਨਾ। ਤਾਂ ਫਿਰ ਤੁਹਾਨੂੰ ਕੀ ਲੱਗਦਾ, ਇੰਨਾ ਟਾਈਮ ਤੁਸੀਂ ਰਹੇ ਹੋ ਉਸੇ ਪਾਰਟੀ ਦੇ ਵਿੱਚ ਔਰ ਸੱਤਾ ਹਾਸਲ ਕਰਨਾ ਹੀ ਮਕਸਦ ਹੈ ਬਾਕੀ ਉਹਨਾਂ ਦਾ, ਜਾਂ ਕੋਈ ਕੰਮ ਗਰਾਊਂਡ ਤੇ ਕਰਨ ਨੂੰ ਲੈ ਕੇ? ਜੀ ਮੈਂ ਕਹਿ ਰਿਹਾ ਪੰਜਾਬ 'ਚ ਦੇਖੋ, ਮੇਰੀ ਗੱਲ ਸੁਣੋ, ਸ਼੍ਰੋਮਣੀ ਅਕਾਲੀ ਦਲ ਪਹਿਲਾਂ ਅਲਾਇੰਸ ਪਾਰਟਨਰ ਸੀ, ਠੀਕ। ਸਾਡੇ ਇੱਥੇ ਕੰਮ ਹੁੰਦੇ ਸੀ, ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਬਹੁਤ ਕੰਮ ਸਾਡੇ ਲੋੜ ਪਈ। 3-4 ਕਾਲਜ ਬਣਵਾਏ ਨੇ, 4 ਕਾਲਜ ਯੂਨੀਵਰਸਿਟੀ ਦਾ ਦਵਾਇਆ ਏ, ਅਸੀਂ ਗਏ ਸੀਗੇ, ਪਰ ਮੇਰੇ ਕਰਕੇ ਨਹੀਂ ਹੋਏ ਸੀਗੇ, ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਕਰਕੇ ਸੀ। ਜਾਂ ਸੱਜਣ ਕੁਮਾਰ ਜੇਲ੍ਹ 'ਚ ਗਿਆ, ਕਰਾਇਆ ਬੀਜੇਪੀ ਨੇ, ਮੇਰੇ ਕਰਕੇ ਨਹੀਂ। ਲੜਾਈ ਅਸੀਂ ਲੜੀ, ਪਰ ਕਿਹਦੇ ਕਰਕੇ? ਸ਼੍ਰੋਮਣੀ ਅਕਾਲੀ ਦਲ ਕਰਕੇ। ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਅੱਜ ਉਹਨਾਂ ਦੀ ਭਾਗੀਦਾਰੀ ਜਿਹੜੀ ਆ ਉਹ ਪੰਜਾਬ ਦੀ ਸੱਤਾ ਤੋਂ ਬਾਹਰ ਨਹੀਂ ਆ ਪਾ ਰਹੀ।
ਅੱਛਾ ਹੁੰਦਾ ਅਗਰ ਅਕਾਲੀ ਦਲ ਨੇ ਬਹੁਤ ਲੰਬੇ ਸਮੇਂ ਪਹਿਲਾਂ ਫੈਸਲਾ ਲੈ ਲਿਆ ਹੁੰਦਾ ਵੀ ਦੇਸ਼ ਦੇ ਸਿੱਖਾਂ ਦੀ ਅਸੀਂ ਨੁਮਾਇੰਦਗੀ ਕਰਦੇ ਹਾਂ, ਜਿੱਥੇ ਜਿਹੜਾ ਸਿੱਖ ਬੈਠਾ ਉਹ ਆਪਣੇ ਤਰੀਕੇ ਨਾਲ ਫੈਸਲੇ ਕਰੇ ਤਾਂ ਕਿ ਉਹਨੂੰ ਉਹਦੇ ਕੰਮ ਮਸਲੇ ਸਵਾਲ। ਹੁਣ ਗੱਲ ਪੰਜਾਬ ਦੀ ਲੜਾਈ ਆ, ਮੰਨ ਲਓ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਐਕਸ ਪਾਰਟੀ ਨਾਲ ਲੜਾਈ ਆ, ਉਸ ਐਕਸ ਪਾਰਟੀ ਨਾਲ ਦੇਸ਼ ਦੇ ਬਾਕੀ ਸਿੱਖ ਕਿਉਂ ਲੜਨ ਬਈ? ਕਿਉਂ ਲੜਨ? ਦੱਸ ਦਿਓ, ਮੈਨੂੰ ਰੀਜ਼ਨ ਦੇ ਦਿਓ ਵੀ ਕਿਉਂ ਲੜਨ ਉਹਦੇ ਨਾਲ। ਤੁਹਾਡੇ ਪੰਜਾਬ ਦੇ ਸਿੱਖ ਲੜਾਈ ਨੂੰ ਬਣਨ ਤੋਂ ਬਾਅਦ ਕਿਆ ਤੁਸੀਂ ਬਾਕੀ ਦੇ ਦੇਸ਼ ਦੀ ਸਿੱਖਾਂ ਦੇ ਤੁਸੀਂ ਮਸਲੇ ਪੰਜਾਬ ਤੋਂ ਬਹਿ ਕੇ ਹੱਲ ਕਰ ਸਕਦੇ? ਜੇ ਨਹੀਂ ਤੇ ਫਿਰ ਤੁਸੀਂ ਉਹਨਾਂ ਨੂੰ ਅਧਿਕਾਰ ਦਿਓ ਸਕੋ। ਭਾਈ ਤੁਸੀਂ ਅਕਾਲੀ ਦਲ ਦੀ ਛਤਰ ਛਾਇਆ ਹੈ, ਆਪਣੇ ਲੋਕਲ ਮਸਲੇ ਆਪਣੇ ਤਰੀਕੇ ਨਾਲ ਹੱਲ ਕਰੋ, ਆਪ ਤਰੀਕੇ ਨਾਲ ਪਾਰਟੀ ਨਾਲ ਚੱਲੋ, ਤੇ ਤੁਹਾਡੀ ਸਿੱਖ ਜਿਹੜੇ ਉਹ ਆਪਣੇ ਪ੍ਰੋਸਪਰ ਕਰਨਗੇ ਪੂਰੇ ਦੇਸ਼ ਦੇ ਅੰਦਰ। ਲੜਾਈ ਇਹਨਾਂ ਦੀ ਹੁੰਦੀ ਆ, ਕਲੈਸ਼ ਸਾਡਾ ਹੋ ਜਾਂਦਾ, ਦਿੱਲੀ ਦੇ ਸਿੱਖਾਂ ਦਾ ਕਲੈਸ਼ ਹੋ ਜਾਂਦਾ। ਠੀਕ ਹੈ, ਇੱਕ ਸਵਾਲ ਮੇਰਾ ਆਰਐਸਐਸ ਨੂੰ ਲੈ ਕੇ, ਫਿਰ ਉਸ ਤੋਂ ਬਾਅਦ ਅਗਲੇ ਸਵਾਲਾਂ ਵੱਲ ਮੈਂ ਵਧੂੰਗਾ। ਆਰਐਸਐਸ ਨੂੰ ਲੈ ਕੇ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ, ਉਹ ਕਹਿੰਦੇ ਕਿ ਆਰਐਸਐਸ ਬੈਨ ਹੋਣੀ ਚਾਹੀਦੀ ਹੈ। ਮਨਜਿੰਦਰ ਸਿੰਘ ਸਿਰਸਾ ਕੀ ਸੋਚਦੇ? ਤੁਸੀਂ ਹੁਣ ਉਸੇ ਪਾਰਟੀ 'ਚ ਗਏ। ਮੈਂ ਪੋਲੀਟੀਕਲ ਪਾਰਟੀ ਦੇ ਅੰਦਰ ਆ, ਮੈਂ ਕੋਈ ਉਹਨਾਂ ਦੀ ਸੰਸਥਾ ਦੇ ਨਾਲ ਕੋਈ ਉਹਨਾਂ ਨੇ ਕਿੰਨੀਆਂ ਸੰਸਥਾਵਾਂ ਚਲਾ ਰਹੇ ਨੇ, ਮੇਰਾ ਉਹਨਾਂ ਨਾਲ ਮਸਲਾ ਨਹੀਂ ਹੈਗਾ। ਮੈਂ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਆ। ਧਾਰਾ ਆਰਐਸਐਸ ਦੀ ਚੱਲਦੀ ਹੈ ਬੀਜੇਪੀ ਦੇ ਅੰਦਰ? ਹੋਊਗੀ, ਪਰ ਮੇਰੇ ਤੇ ਵਿਚਾਰਧਾਰਾ ਲਾਗੂ ਹੁੰਦੀ ਹੋਊਗੀ ਤਾਂ ਤੇ ਮੇਰੀ ਕੋਈ ਲੜਾਈ ਹੋਣੀ ਚਾਹੀਦੀ ਹੈ। ਮੇਰੇ ਤੇ ਇਹ ਸਾਡੇ ਅਲਾਈਅੰਸ ਪਾਰਟਨਰ ਰਹੇ ਨੇ, ਅਸੀਂ ਇਕੱਠੇ ਸਰਕਾਰਾਂ ਬਣਾਉਂਦੇ ਰਹੇ ਹਾਂ। ਵਾਕਈ ਲਾਗੂ ਨਹੀਂ ਹੋਊਗੀ ਆਰਐਸਐਸ ਦੀ ਵਿਚਾਰਧਾਰਾ ਮਨਜਿੰਦਰ ਸਿੰਘ ਸਿਰਸਾ ਤੇ? ਲਿਖ ਕੇ ਦਿੰਨੇ ਹੋਏ ਗੱਲ। ਬਿਲਕੁਲ, ਪਰ ਵੀ ਜਦੋਂ ਹੋਊਗੀ ਤੁਹਾਡੇ ਸਾਹਮਣੇ। ਇੱਕ ਗੱਲ ਸੁਣੋ, ਅੱਜ ਜਦੋਂ ਨਹੀਂ ਹੋ ਰਹੀ ਤਾਂ ਨਹੀਂ ਹੋ ਰਹੀ, ਅੱਜ ਤਾਂ ਨਹੀਂ ਹੋ ਰਹੀ ਨਾ। ਜਿੱਦਣ ਹੋ ਜੂਗੀ ਤੇ ਬਈ ਉਦੋਂ ਕਿਹੜਾ ਲੋਕਾਂ ਕੋਲ ਚੋਰੀ ਹੋ ਜਾਣੀ, ਲੋਕਾਂ ਨੇ ਉਦੋਂ ਵੀ ਤੁਹਾਨੂੰ ਪੁੱਛ ਲੈਣਾ। ਇਹਦੇ 'ਚ ਸਮਾਂ ਲੰਘ ਜਾਣਾ, ਉਦੋਂ ਫਿਰ ਇਸ ਤਰ੍ਹਾਂ ਦੇ ਸਵਾਲ ਨਹੀਂ ਹੋ ਪਾਉਣੇ ਮਨਜਿੰਦਰ ਸਿੰਘ ਸਿਰਸਾ ਹੋਣਾ ਤੋਂ। ਕਿਉਂ? ਮੈਂ ਉਦੋਂ ਕਿਤੇ ਭੱਜ ਚੱਲਿਆ ਬਈ, ਉਦੋਂ ਵੀ ਤੁਹਾਡੇ ਵਰਗਾ ਹੀ ਆ ਮੈਂ, ਕਿਉਂ ਕੋਈ ਫਰਕ ਹੋ ਜੂ ਉਦੋਂ। ਠੀਕ ਹੈ, ਪੰਜਾਬ ਇਲੈਕਸ਼ਨ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਕੀ ਸੋਚਦੇ ਆ? ਮਨਜਿੰਦਰ ਸਿੰਘ ਸਿਰਸਾ ਫਰੰਟ ਤੇ ਰਹਿਣਗੇ, ਪਰਦੇ ਦੇ ਪਿੱਛੇ ਹੋ ਕੇ ਖੇਲਣਗੇ? ਨਹੀਂ, ਨਾ ਮੈਂ ਕੋਈ ਫਰੰਟ ਵਾਲਾ, ਨਾ ਮੈਂ ਪਰਦੇ ਦੇ ਪਿੱਛੇ ਹਾਂ। ਜੋ ਮੈਂ ਪਾਰਟੀ ਦੀ ਜ਼ਿੰਮੇਵਾਰੀ ਪਹਿਲਾਂ ਵੀ ਪੰਜਾਬ 'ਚ ਮੈਨੂੰ ਜੇ ਅਕਾਲੀ ਦਲ ਜ਼ਿੰਮੇਵਾਰੀ ਦਿੰਦੀ ਸੀ ਮੈਂ ਨਿਭਾਉਂਦਾ ਸੀ, ਜੇ ਕੋਈ ਬੀਜੇਪੀ ਵੀ ਦਊਗੀ ਤੇ ਮੈਂ ਨਿਭਾਊਂਗਾ। ਪਰ ਮੇਰਾ ਐਸਾ ਫਰੰਟ ਵੀ ਕੋਈ ਨਹੀਂਗਾ ਕਿ ਮੈਂ ਫਰੰਟ ਤੇ ਮੇਰਾ ਕੋਈ ਵਾਸਤਾ ਨਹੀਂ ਹੈਗਾ, ਤੇ ਨਾ ਮੈਂ ਕੋਈ ਐਸਾ ਹੈ ਕਿ ਮੈਂ ਪਰਦੇ ਦੇ ਪਿੱਛੇ ਕੰਮ ਕਰਨਾ, ਐਸੀ ਕੋਈ ਗੱਲ ਨਹੀਂ। ਜੋ ਮੈਂ ਮਨਜਿੰਦਰ ਸਿੰਘ ਸਿਰਸਾ ਹਮੇਸ਼ਾ ਖੁੱਲੀ ਕਿਤਾਬ ਵਰਗੂ ਰਿਹਾ, ਮੈਂ ਹੁਣ ਵੀ ਉਸੇ ਤਰ੍ਹਾਂ ਹੀ ਰਹੂੰਗਾ। ਠੀਕ ਹੈ, ਪਾਰਟੀ ਛੱਡਣ ਸਮੇਂ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਗੱਲ ਹੋਈ ਸੀ, ਜਾਂ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਹੋਈ ਹੋਵੇ? ਦੇਖੋ, ਮੇਰਾ ਉਹਨਾਂ ਨਾਲ ਐਸਾ ਰਿਸ਼ਤਾ ਸੀਗਾ ਕਿ ਜੇ ਮੈਂ ਪਾਰਟੀ ਛੱਡਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦਾ, ਭਾਵੇਂ ਉਹਨਾਂ ਨੂੰ ਮੇਰੇ ਘਰ ਆ ਕੇ ਬਹਿਣਾ ਪੈਂਦਾ, ਉਹ ਪਾਰਟੀ ਨਹੀਂ ਛੱਡਣ ਦਿੰਦੇ ਸੀ, ਤੇ ਮੈਂ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਸੀ, ਨਾ ਹੀ ਮੇਰੇ 'ਚ ਹਿੰਮਤ ਸੀ। ਪਾਰਟੀ ਛੱਡਣ ਤੋਂ ਬਾਅਦ ਮੈਂ ਗੱਲ ਕੀਤੀ। ਕੀ ਕਹਿੰਦੇ ਫਿਰ ਸੁਖਬੀਰ ਸਿੰਘ ਬਾਦਲ? ਨਹੀਂ, ਬਸ ਉਹਨਾਂ ਨੇ ਕਿਹਾ ਯਾਰ ਇਹ ਕੀ ਕੀਤਾ ਸਿਰਸੇ, ਮਤਲਬ ਉਹਨਾਂ ਦੇ ਮੇਰੇ ਰਿਸ਼ਤੇ ਬੜੇ ਵੱਖਰੇ ਰਹੇ ਨੇ, ਇਸ ਕਰਕੇ ਉਹ ਮੈਨੂੰ ਕੁਝ ਕਹਿ ਨਹੀਂ ਸਕਦੇ ਸੀ। ਨਹੀਂ, ਫਿਰ ਉਹਨਾਂ ਨੇ ਕਿਹਾ ਨਹੀਂ ਵੀ ਨਹੀਂ ਕਰਨਾ ਚਾਹੀਦਾ ਸੀ, ਨਹੀਂ ਜਾਣਾ ਚਾਹੀਦਾ ਸੀਗਾ? ਜਾਂ ਫਿਰ ਉਸ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਉਹ ਕਹਿ ਰਹੇ ਨੇ, ਉਹ ਗੱਲਾਂ ਤੁਹਾਡੀਆਂ ਫੋਨ ਤੇ ਹੋਈਆਂ ਵੀ ਇਸ ਤਰ੍ਹਾਂ ਦਾ ਖਤਰਾ ਜਾਂ ਛਾਪੇਮਾਰੀ, ਜੇਲ੍ਹ ਜਾਣ ਦਾ ਡਰ, ਇਸ ਤਰ੍ਹਾਂ ਦੀਆਂ ਗੱਲਾਂ? ਭਾਜੀ ਉਹ ਤੇ ਦੇਖੋ, ਹੁਣ ਉਹਨਾਂ ਨੂੰ ਵੀ ਕੁਝ ਕਹਿਣਾ ਪਊਗਾ। ਦੇਖੋ ਨਾ, ਆਖਿਰਕਾਰ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਕੋਈ ਬਹੁਤ ਵੱਡਾ ਆਦਮੀ ਆ, ਪਰ ਮੈਂ ਜਿਹੜੇ ਲੋਕ ਉਹਨਾਂ ਦੇ ਨੇੜੇ ਨੇ ਉਹਨਾਂ ਨੂੰ ਇਹ ਪਤਾ ਸੀਗਾ ਕਿ ਮੇਰੀ ਉੱਥੇ ਕੀ ਇੰਪੋਰਟੈਂਸ ਸੀ, ਇਸ ਕਰਕੇ ਉਹਨਾਂ ਨੂੰ ਆਪਣਾ ਬੰਦਾ ਜਾਂਦਾ ਦੇਖ ਕੇ ਉਹਨਾਂ ਨੂੰ ਆਪਣੀ ਕੁਛ ਤੇ ਗੱਲ ਕਹਿਣੀ ਪਊਗੀ। ਔਰ ਉਹ ਇਹ ਵੀ ਜਾਣਦੇ ਨੇ ਕਿ ਮੈਂ ਕਦੀ ਕੋਈ ਗਲਤ ਕੰਮ ਕੀਤਾ ਨਹੀਂ, ਮੇਰੇ ਖਿਲਾਫ ਕੁਝ ਕਹਿ ਵੀ ਨਹੀਂ ਸਕਦੇ। ਅੱਜ ਵੀ ਮੈਂ ਇੱਧਰ ਬਾਹਰ ਆ ਗਿਆ, ਤੇ ਅੱਜ ਵੀ ਨਹੀਂ ਕਹਿ ਸਕਦੇ, ਕਦੀ ਕੁਝ ਵੀ ਨਹੀਂ ਕਹਿ ਸਕਣਗੇ। ਸੋ ਉਹਨਾਂ ਨੇ ਵੀ ਕੁਝ ਨਾ ਕੁਝ ਕਹਿਣਾ ਸੀ, ਉਹਨਾਂ ਨੇ ਵੀ ਇਹ ਠੀਕ ਸਮਝਾਊਗਾ ਵੀ। ਪਰ ਮੈਂ ਅਗਰ ਮੈਂ ਦੂਜੇ ਤਰੀਕੇ ਨਾਲ ਕਹਾਂ ਤੇ ਮੈਨੂੰ ਤੇ ਸੂਟ ਕਰਦਾ ਸੀ ਵੀ ਹਾਂ ਜੀ ਹਾਂ ਮੇਰੇ ਤੇ, ਪਰ ਮੈਂ ਵੀ ਝੂਠ ਬੋਲਾਂ। ਮੈਂ ਜਾਣ ਲੱਗਿਆ ਵੀ ਕੋਈ ਐਲੀਗੇਸ਼ਨ ਕਿਸ ਤੇ ਨਹੀਂ ਲਾਇਆ। ਮੈਂ ਜਾਣ ਲੱਗਿਆ ਦਿੱਲੀ ਕਮੇਟੀ, ਜੇਕਰ ਉਹਨਾਂ ਦਾ ਜੇ ਮੰਨ ਕੇ ਚੱਲੋ ਬੀਜੇਪੀ ਦਾ ਹੀ ਪਰਪਸ ਹੁੰਦਾ, ਫਿਰ ਮੈਨੂੰ ਕਮੇਟੀ ਦੀ ਲੈ ਕੇ ਜਾਂਦੇ, ਮੈਨੂੰ ਕਿਉਂ ਲੈ ਕੇ ਜਾਂਦੇ? ਮੈਂ ਇੰਨਾ ਵੱਡਾ ਬੰਦਾ ਤੇ ਹੈ ਨਹੀਂ, ਕੋਈ ਦੇਸ਼ ਦਾ ਮੈਂ ਇੱਕ ਵੱਡਾ ਬੰਦਾ। ਔਰ ਫਿਰ ਜੇ ਮੈਨੂੰ ਇਸ ਤਰੀਕੇ ਲੈ ਕੇ ਜਾਂਦੇ, ਫਿਰ ਮੈਨੂੰ ਦੇਸ਼ ਦੇ ਗ੍ਰਹਿ ਮੰਤਰੀ, ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਇੰਨੇ ਪਿਆਰ ਦੇ ਨਾਲ ਆਪ ਉੱਥੇ ਰਿਸੀਵ ਕਰਨ ਵਾਸਤੇ ਖੜੇ ਹੁੰਦੇ, ਮੈਨੂੰ ਨਹੀਂ ਲੱਗਦਾ। ਸੋ ਠੀਕ ਆ, ਉਹਨਾਂ ਦੀ ਭਾਵਨਾ ਨਾਲ ਉਹ ਕੁਝ ਨਾ ਕੁਝ ਕਹਿਣਗੇ। ਔਰ ਮੈਂ ਫਿਰ ਕਹਿੰਦਾ ਕਿ ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਵੱਡੇ ਲੋਕ ਨੇ, ਉਹਨਾਂ ਦਾ ਸਾਡਾ ਕੋਈ ਮੁਕਾਬਲਾ ਨਹੀਂ, ਅਸੀਂ ਬੜੇ ਛੋਟੇ ਆਦਮੀ ਆ। ਛੋਟੇ ਤਾਂ ਨਹੀਂ, ਬਹੁਤ ਵੱਡੇ ਬਿਜ਼ਨਸਮੈਨ ਨੇ ਮਨਜਿੰਦਰ ਸਿੰਘ ਸਿਰਸਾ ਵੀ ਦਿੱਲੀ ਦੇ ਵਿੱਚ। ਬਿਜ਼ਨਸਮੈਨ ਹੋਣਾ ਵੱਖਰੀ ਗੱਲ ਆ, ਲੇਕਿਨ ਉਹਨਾਂ ਦੀ ਉਹ ਬਹੁਤ ਵੱਡੇ ਲੋਕ ਨੇ। ਠੀਕ ਹੈ, ਔਰ ਜਥੇਦਾਰ ਸਾਹਿਬ ਨਾਲ ਗੱਲ ਹੋਈ ਸੀ ਤੁਹਾਡੀ? ਨਹੀਂ, ਜਥੇਦਾਰ ਸਾਹਿਬ ਨਾਲ ਮੇਰੀ ਛੱਡਣ ਤੋਂ ਬਾਅਦ ਗੱਲ ਨਹੀਂ ਹੋਈ, ਨਾ ਹੀ ਮੇਰੀ ਉਹਨਾਂ ਨਾਲ ਛੱਡਣ ਤੋਂ ਪਹਿਲਾਂ ਮੇਰੀ ਜ਼ਰੂਰ ਮੇਰੀ ਲਗਾਤਾਰ ਗੱਲ ਹੁੰਦੀ ਰਹਿੰਦੀ। ਕਹਿੰਦੇ ਇੱਕ ਦਿਨ ਪਹਿਲਾਂ ਸਿਰਸੇ ਨਾਲ ਮੇਰੀ ਗੱਲ ਹੋ ਰਹੀ ਸੀ, ਇੱਕ ਦਿਨ ਪਹਿਲਾਂ ਉਹ ਕਹਿੰਦੇ ਕਿ ਫਿਰ ਜਾਂ ਤਾਂ ਮੈਂ ਤਾਂ ਜੀ ਬਹੁਤ ਮਜਬੂਰ ਹਾਂ, ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਆ, ਔਨ ਰਿਕਾਰਡ ਬਿਆਨ ਆ ਉਹਨਾਂ ਦਾ। ਚਲੋ ਮੇਰੀ ਗੱਲ ਸੁਣੋ, ਮੇਰੇ ਜਥੇਦਾਰ ਸਾਹਿਬ ਸਾਡੇ ਲਈ ਬਹੁਤ ਵੱਡੀ ਸਨਮਾਨਿਤ ਹਸਤੀ ਹੈ। ਮੇਰੀ ਬੇਨਤੀ ਸੁਣੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਮੇਰੀ ਔਕਾਤ, ਮੇਰੀ ਹੈਸੀਅਤ ਨਹੀਂ ਹੈਗੀ ਮੈਂ ਜਥੇਦਾਰ ਸਾਹਿਬ ਤੇ ਕੋ ਕਿੰਤੂ। ਔਰ ਇੱਕ ਸਿੱਖ ਹੋਣ ਦੇ ਨਾਤੇ ਮੈਂ ਭਾਵੇਂ ਅੱਜ ਭਾਰਤੀ ਜਨਤਾ ਪਾਰਟੀ 'ਚ ਹਾਂ, ਮੈਂ ਸਾਰੇ ਸਿੱਖਾਂ ਨੂੰ ਇਹ ਬੇਨਤੀ ਕਰਕੇ ਕਹਿਣਾ ਹੈ ਕਿ ਦੇਖੋ, ਮੈਂ ਇੱਕ ਦੂਜੀ ਪਾਰਟੀ ਸਿੱਖ ਬੈਠਾ ਹੈ, ਪਰ ਮੈਂ ਵੀ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਕਹਿੰਦਾ, ਜਥੇਦਾਰ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਦੀ ਕਰਨਾ ਚਾਹੀਦਾ। ਔਰ ਆ ਵੀ ਗੱਲ ਮੈਂ ਜ਼ਰੂਰ ਕਹੂੰਗਾ, ਜਥੇਦਾਰ ਹਰਪ੍ਰੀਤ ਸਿੰਘ ਜੀ ਵਰਗਾ ਕੌਮ ਨੂੰ ਦੁਬਾਰਾ ਜਥੇਦਾਰ ਵੀ ਨਹੀਂ ਮਿਲਣਾ।
ਇੱਕ ਬਹੁਤ ਹੀ ਲਾਇਕ ਆਪਾਂ ਨੂੰ ਜਥੇਦਾਰ ਮਿਲੇ ਆ ਤੇ ਆਪਾਂ ਉਹਨਾਂ ਨੂੰ ਰਾਜਨੀਤੀ ਦੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਜਥੇਦਾਰ ਸਾਹਿਬ ਤੁਸੀਂ ਰਾਜਨੀਤੀ ਵਾਲੇ ਬੰਦਿਆਂ ਤੇ ਨਾ ਹੀ ਬਿਆਨ ਦਿਆ ਕਰੋ, ਕਿਉਂਕਿ ਇਸ ਤਰ੍ਹਾਂ ਹੈ ਨਾ, ਤੁਹਾਡਾ ਬਹੁਤ ਉੱਚਾ ਕੱਦ, ਉਹਨਾਂ ਦਾ ਕੱਦ ਬਹੁਤ ਉੱਚਾ ਹੈ। ਸਾਡੇ ਵਰਗੇ ਕਿੰਨੇ ਛੋਟੇ ਛੋਟੇ ਲੋਕ ਤੁਰੇ ਫਿਰਦੇ ਆ, ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਸਾਡੇ ਵਰਗੇ ਲੋਕਾਂ ਤੇ ਕੋਈ ਪ੍ਰਤੀਕਿਰਿਆ ਵੀ ਦੇਣੀ ਚਾਹੀਦੀ ਹੈ। ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਬਹੁਤ ਇੰਪੋਰਟੈਂਟ ਬਿਆਨ ਆ ਔਰ ਬਹੁਤ ਅਹਿਮ ਹੋ ਜਾਂਦਾ ਜਦੋਂ ਜਥੇਦਾਰ ਅਕਾਲ ਤਖਤ ਇਹ ਗੱਲ ਕਹਿਣ ਕਿ ਸਿਰਸੇ ਨੂੰ ਡਰਾ ਕੇ ਲੈ ਕੇ ਗਏ ਨੇ ਔਰ ਸਿਰਸੇ ਨੇ ਜੇਲ੍ਹ ਜਾਣ ਦੇ ਡਰ ਤੋਂ ਇਹ ਗੱਲ ਕਹੀ, ਤਾਂ ਫਿਰ ਬਹੁਤ ਵੱਡਾ ਬਿਆਨ ਹੋ ਜਾਂਦਾ, ਬਹੁਤ ਅਹਿਮ ਹੋ ਜਾਂਦੀ ਗੱਲ। ਪਹਿਲਾਂ ਕਿਹਾ ਤਾਂ ਮੈਂ ਉਹਨਾਂ ਦੀ ਬਿਆਨ ਦੇ ਉੱਤੇ ਨਹੀਂ ਕੋਈ ਕਿੰਤੂ ਪਰੰਤੂ ਕਰ ਸਕਦਾ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੱਲ ਕਹਿ ਦਿੱਤੀ। ਠੀਕ ਹੈ, ਔਰ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਪਿਛਲੇ ਸਮੇਂ ਦੀ ਮੈਂ ਗੱਲ ਕਰਾਂ ਤਾਂ ਜਾਂ ਗਰਾਊਂਡ ਦੀ ਹੁਣ ਗੱਲ ਕਰੀਏ ਤਾਂ ਅਕਾਲੀ ਦਲ ਦਾ ਗਰਾਊਂਡ ਕੀ ਦੇਖਦੇ ਹੋ, ਕਿੱਥੇ ਜੇ ਖੜਾ ਦੇਖਦੇ ਹੋ ਅਕਾਲੀ ਦਲ ਨੂੰ? ਯਾਰ ਮੈਂ ਉਸ ਪਾਰਟੀ 'ਚ ਰਿਹਾ ਨਹੀਂ, ਮੈਂ ਉਹਦੇ ਗਰਾਊਂਡ ਦੀ ਕਿਉਂ ਚਰਚਾ ਕਰਾਂ? 3 ਦਿਨ ਪਹਿਲਾਂ ਤੱਕ ਕੀ ਗਰਾਊਂਡ ਸੀਗਾ ਅਕਾਲੀ ਦਲ ਦਾ? ਉਹਦੇ ਗਰਾਊਂਡ ਦੀ ਚਰਚਾ ਉਹਨਾਂ ਨਾਲ ਕਰੋ, ਦੇਖੋ ਸ਼ੋਭਾ ਨਹੀਂ ਦਿੰਦਾ ਮੈਨੂੰ, ਫਿਰ ਮੈਂ ਦੱਸਾਂ ਕਿ ਮੈਂ ਛੋਟਾ ਆਦਮੀ ਹਾਂ, ਮੈਂ ਇਹੋ ਜਿਹੀ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ। ਹੁਣ ਮੈਂ ਉਹਨਾਂ ਦੇ ਮੁਕਾਬਲੇ ਕਰਨ ਲੱਗ ਪਾਉਂਦੇ ਨੇ, ਮੁਕਾਬਲੇ 'ਚ ਗੱਲਾਂ ਕਰਨ ਲੱਗਾ, ਮੇਰੀ ਉਹ ਹੈਸੀਅਤ ਹੈ ਨਹੀਂ ਗੀ, ਮੈਂ ਕੋਈ ਭੁਲੇਖੇ 'ਚ ਨਹੀਂ ਹੈਗਾ। ਜਿਹੜੇ ਲੋਕ ਭੁਲੇਖੇ 'ਚ ਰਹਿੰਦੇ ਉਹ ਮਾਰ ਵੀ ਖਾਂਦੇ ਨੇ। ਫਿਰ ਪੰਜਾਬ ਦੇ ਵਿੱਚ ਬੀਜੇਪੀ ਦੀ ਟੱਕਰ ਕਿਹਦੇ ਨਾਲ ਦੇਖਦੇ ਹੋ ਤੁਸੀਂ? ਇਹ ਪਾਰਟੀ ਤੇ ਕਾਂਗਰਸ ਨਾਲ ਹੀ ਹੋਊਗੀ। ਅਕਾਲੀ ਦਲ ਛੋਟੀ ਪਾਰਟੀ ਬਣ ਗਈ ਨਾ, ਕਿਉਂਕਿ ਇੱਕ ਤੇ ਬੀਐਸਪੀ ਨਾਲ ਇੱਕ ਇਹੋ ਜਿਹੀ ਪਾਰਟੀ ਨਾਲ ਉਹਨਾਂ ਦਾ ਅੱਜ ਅਲਾਈਅੰਸ ਆ ਜਿਹਦੀ ਰੈਲੀਵੈਂਸ ਹੀ ਨਹੀਂ ਹੈਗੀ ਕਿਤੇ ਵੀ। ਅਗਰ ਉਹਨਾਂ ਦੀ ਰੈਲੀਵੈਂਸ ਹੈਗੀ ਸੀਗੀ ਤੇ ਉਹ ਦਲਿਤ ਵੋਟਾਂ ਦੇ ਅੰਦਰ ਸੀਗੀ ਬੀਐਸਪੀ ਦੀ, ਕਿਉਂਕਿ ਉਹਨਾਂ ਦੀ ਪਾਰਟੀ 'ਚ ਰੈਲੀਵੈਂਸ ਸੀਗੀ। ਲੇਕਿਨ ਹੁਣ ਕਿਉਂਕਿ ਕਾਂਗਰਸ ਨੇ ਵੀ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਰੂਪ 'ਚ ਮੌਕਾ ਦਿੱਤਾ ਤੇ ਯਕੀਨੀ ਤੌਰ ਤੇ ਲੋਕਾਂ ਦੀ ਇਹ ਕਹਿੰਦੇ ਸੀ ਕਿ ਸਾਡਾ ਰਾਜ ਆਊਗਾ ਤੇ ਜਿਹੜਾ ਦਲਿਤ ਭਾਈਚਾਰਾ ਮਹਿਸੂਸ ਕਰਦਾ ਸੀ ਯਾਰ ਠੀਕ ਗੱਲ ਆ, ਪਰ ਹੁਣ ਤੇ ਆ ਹੀ ਗਿਆ ਉਹ, ਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਇਸ ਕਰਕੇ ਉਹ ਵੀ ਵੋਟ ਬੈਂਕ ਨੇ ਉਹਨਾਂ ਦੇ ਕੋਲ ਰਿਹਾ। ਤੇ ਮੈਨੂੰ ਲੱਗਦਾ ਹੈ ਕਿ ਜੋ ਮੈਂ ਅੱਜ ਦੀ ਕਰਦਾ ਪਿਆ ਉਹ ਕਾਂਗਰਸ ਨਾਲ ਜਿਹੀ ਲੜਾਈ ਰਹੂਗੀ। ਸੁਖਬੀਰ ਸਿੰਘ ਬਾਦਲ ਹੁਣੀ ਪਿਛਲੇ ਦਿਨੀ ਕਹਿ ਰਹੇ ਸੀ, ਲਗਾਤਾਰ ਰੈਲੀਆਂ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ, ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਨੇ। ਉਹਨਾਂ ਦੇ ਦਾਅਵੇ ਨੂੰ ਮੈਂ ਤੇ ਕਿਵੇਂ ਇਨਕਾਰ ਸਕਦਾ? ਮੈਂ ਫਿਰ ਕਿਹਾ ਦੂਜੇ ਬੰਨੇ ਬੀਜੇਪੀ ਵੀ ਕਹਿ ਰਹੀ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ। ਬੀਜੇਪੀ ਦਾ ਮੈਂ ਜ਼ਰੂਰ ਦੱਸ ਸਕਦਾ ਹਾਂ ਕਿ ਬੀਜੇਪੀ ਦੀ ਜੋ ਮੈਂ ਦੇਖਿਆ ਜਿਸ ਤਰੀਕੇ ਨਾਲ ਉਹਨਾਂ ਦੀ ਪੰਜਾਬ ਦੇ ਪ੍ਰਤੀ ਸੋਚ ਆ ਨਾ, ਪੰਜਾਬ ਦੇ ਲੋਕਾਂ ਨੂੰ ਜ਼ਰੂਰ ਕਨਵਿੰਸ ਕਰਨਗੇ ਔਰ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਨੇ ਜ਼ਰੂਰ ਸਮਝ ਆਊਗੀ। 3 ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ, ਅਕਾਲੀ ਦਲ ਆਪਣੀ ਸਰਵਾਈਵਲ ਲੜਾਈ ਲੜ ਰਿਹਾ, ਉਹਨੂੰ ਕੁਝ ਹੋ ਜਾਏ ਉਹਨਾਂ ਨੇ ਪੰਜਾਬ ਤੋਂ ਬਾਹਰ ਨਾ ਉਹਨਾਂ ਦਾ ਬਾਕੀ ਨਾ ਮਤਲਬ ਆ ਨਾ ਉਹਨਾਂ ਨੂੰ ਕੁਝ ਪੰਜਾਬ ਤੋਂ ਬਾਹਰੋਂ ਮਿਲ ਸਕਦਾ ਹੈ। ਆਮ ਆਦਮੀ ਪਾਰਟੀ ਇਸ ਕਰਕੇ ਲੜਦਾ ਪਿਆ ਹੈ ਕਿ ਦਿੱਲੀ ਤੋਂ ਬਾਹਰ ਇੱਕ ਨਾ ਇੱਕ ਪਾਰਟੀ ਸਟੈਬਲਿਸ਼ ਕਰ ਲਈਏ, ਭਾਵੇਂ ਸਭ ਕੁਝ ਲੁੱਟਿਆ ਜਾਵੇ ਪਰ ਆਪਾਂ ਇੱਕ ਵਾਰ ਖੜੇ ਹੋ ਜਾਈਏ। ਕਾਂਗਰਸ ਨੂੰ ਇਹ ਪਤਾ ਕਿ ਇੱਕ ਆਹੀ ਸੂਬਾ ਬਚਿਆ, ਜੇ ਇਹ ਵੀ ਚਲੇਗਾ ਤਾਂ ਅਸੀਂ ਖਤਮ ਹੋ ਜਾਵਾਂਗੇ। ਵਾਹ, ਤੇ ਇੱਕ ਬੀਜੇਪੀ ਇਹੋ ਜਿਹੀ ਪਾਰਟੀ ਹੈ, 4 ਲੱਖ ਕਰੋੜ ਦਾ ਕਰਜ਼ਾ ਹੈ, ਅੱਜ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਕੋਈ ਗੱਲ ਕਰਦਾ ਪਿਆ ਅਸੀਂ ਲਾਵਾਂਗੇ? ਨਹੀਂ ਕਰਦੇ ਪਏ। ਬਾਰਡਰ ਸਟੇਟ ਆ, ਇਨਸਿਕਿਉਰਿਟੀ ਆ, ਹਿੰਦੂ ਸਿੱਖ ਭਾਈਚਾਰੇ ਦੀ ਬਹੁਤ ਵੱਡੀ ਇੱਕ ਲੋੜ ਆ, ਕੋਈ ਗੱਲ ਕਰਦਾ ਪਿਆ? ਨਹੀਂ ਕਰਦਾ ਪਿਆ। ਕਹਿੰਦੇ 3 ਰੁਪਏ 'ਚ ਬਿਜਲੀ ਦੇ ਦਾਂਗੇ, ਦੂਜਾ ਉੱਠਦਾ 2 ਰੁਪਏ 'ਚ ਦੇ ਦਾਂਗੇ। ਮੈਂ ਕਹਿੰਦਾ ਮੁਫਤ ਦੇ ਦੋਗੇ, ਪੱਖੇ ਦੇ ਪੈਸੇ ਕੌਣ ਦਊਗਾ ਇਹ ਦੱਸ ਦਿਓ ਨਾਲ। ਦੂਜੀ ਗੱਲ, ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਤਾਂ ਅਮਰੀਕਾ ਕੈਨੇਡਾ ਦੇ ਅੰਦਰ 25 ਰੁਪਏ ਯੂਨਿਟ ਵੀ ਬਿਜਲੀ ਖਰੀਦਦੇ ਪਏ ਨੇ, ਕਿਆ ਫਿਰ ਉੱਥੋਂ ਛੱਡ ਕੇ ਇੱਥੇ ਆ ਗਏ ਨੇ? ਨਹੀਂ, ਕਿਉਂਕਿ ਉੱਥੇ ਅਫੋਰਡ ਕਰਦੇ ਪਏ ਨੇ, 50 ਰੁਪਏ ਵੀ ਅਫੋਰਡ ਕਰਨਗੇ। ਤੁਸੀਂ ਲੋਕਾਂ ਨੂੰ ਇਹ ਕਹੋ ਕਿ ਅਸੀਂ ਤੁਹਾਨੂੰ 20 ਰੁਪਏ ਜਿਹੜੀ ਬਿਜਲੀ ਆ ਨਾ ਯੂਨਿਟ ਉਹ ਅਫੋਰਡ ਕਰਨ ਦਾ ਮੌਕਾ ਦੇਵਾਂਗੇ, ਤੁਹਾਨੂੰ ਤੁਹਾਡੀ ਆਮਦਨ ਵਧਾ ਕੇ ਦੇਵਾਂਗੇ। ਪੰਜਾਬ 'ਚੋਂ ਸਾਰੀ ਇੰਡਸਟਰੀ ਭੱਜ ਗਈ। ਦੇਖੋ ਕਾਟਨ ਪੰਜਾਬ ਦੀ ਆ, ਜਾ ਕੇ ਗੁਜਰਾਤ ਔਰ ਮਹਾਰਾਸ਼ਟਰ 'ਚ ਜਾ ਕੇ ਬਣ ਰਹੀ ਆ। ਗੇਹੂੰ ਪੰਜਾਬ 'ਚ ਆ, ਰਾਈਸ ਇੱਥੋਂ ਦਾ ਏ, ਸੋਇਆਬੀਨ ਇੱਥੋਂ ਦੀ ਆ, ਔਰ ਜਾ ਕੇ ਦੂਜੇ ਸਟੇਟਾਂ 'ਚ ਇਹਦੀ ਇੰਡਸਟਰੀ ਚੱਲਦੀ ਪਈ ਆ। ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਇਹਨਾਂ ਚੀਜ਼ਾਂ ਨੇ। ਲੜਾਈ ਝਗੜੇ, ਹਮੇਸ਼ਾ ਅੱਤਵਾਦ ਦਾ ਕਰਜ਼ਾ ਇੰਨਾ ਸਿਰ ਦੇ ਉੱਤੇ ਖੜਾ ਹੋ ਗਿਆ। ਉਹ ਤੋਂ ਬਾਅਦ ਜਿਹੜਾ ਆਉਂਦਾ ਉਹ ਸਿਰਫ ਲੜਾਈ ਝਗੜਾ। ਪਤਾ ਕੀ ਕਹਿਣਗੇ? ਇਹ ਗੰਦਾ ਜੀ ਇਹਨੇ ਬੇਅਦਬੀ ਕਰਾਤੀ, ਇਹਨੂੰ ਅੰਦਰ ਕਰ ਦਾਂਗੇ, ਇਹਨੂੰ ਬਾਹਰ ਕਰ ਦਾਂਗੇ, ਇਹਨੂੰ ਅੰਦਰ। ਇੱਕੋ ਹੀ ਗੱਲ ਤੇ ਬਸ ਤੁਰੇ ਫਿਰਦੇ ਨੇ, ਅੰਦਰ ਬਾਹਰ 'ਚ, ਅੰਦਰ ਬਾਹਰ 'ਚ, ਅੰਦਰ ਬਾਹਰ 'ਚ, ਅੰਦਰ ਬਾਹਰ 'ਚ। ਯਾਰ ਕੋਈ ਪੰਜਾਬ ਨੂੰ ਕੋਈ ਖਿਆਲੀ ਗੱਲ ਵੀ ਦਿਖਾ ਦਿਓ ਵੀ ਕਿਤਨਾ ਪੰਜਾਬ ਖੁਸ਼ਹਾਲ ਹੋਊਗਾ, ਉਹ ਵੀ ਦੱਸ ਦਿਓ। ਸੋਨੇ ਦੀ ਚਿੜੀ ਕਹਿਣ ਵਾਲੀ ਜਗ੍ਹਾ ਹੋਵੇ ਪੰਜਾਬ, ਤੇ ਉਹ ਇਹਨਾਂ ਲੜਾਈਆਂ 'ਚ ਰੁਲ ਕੇ ਰਹਿ ਗਈ ਆ। ਬੀਜੇਪੀ ਕਹਿੰਦੀ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੇ ਅੰਦਰ ਸੁੱਟਾਂਗੇ ਜਾ ਕੇ, ਜਿਹੜਾ ਕੰਮ ਨਾ ਅਕਾਲੀ ਦਲ ਕਰ ਪਾਇਆ ਨਾ ਕਹਿੰਦੇ ਕਾਂਗਰਸ ਕਰ ਪਾਈ, ਅਸੀਂ ਕਰਾਂਗੇ। ਕਹਿੰਦੇ ਕੀ ਲੱਗਦਾ ਤੁਹਾਨੂੰ? ਇਹ ਦੇਖੋ, ਮੈਂ ਕਹਿੰਦਾ ਉਹ ਇੱਕ ਇਸ਼ੂ ਹੈਗਾ ਹੈ, ਪਰ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੇਅਦਬੀ ਕਰਨ ਵਾਲਿਆਂ ਦੇ ਜਿਹੜੇ ਵੀ ਨੇ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਕੋਈ ਝੂਠ ਨਹੀਂ ਬੋਲੂੰਗਾ ਮਾਈਕ ਦੇ ਅੱਗੇ ਵੀ ਅੱਜ ਮੈਂ ਪਾਰਟੀ ਬਦਲ ਗਿਆ ਤਾਂ ਮੈਂ ਝੂਠ ਬੋਲਾਂ। ਜਿਹੜਾ ਵੀ ਆ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੌਣ ਹੋ ਸਕਦਾ ਹੈ, ਪਰ ਉਹਨੂੰ ਸਜ਼ਾ ਮਿਲਣੀ ਚਾਹੀਦੀ, ਇੱਕ ਗੱਲ। ਦੂਜੀ ਗੱਲ, ਪਰ ਪੰਜਾਬ ਨੂੰ ਖਾਲੀ ਸਜ਼ਾਵਾਂ ਦੇ ਨਾਲ ਨਹੀਂ, ਪੰਜਾਬ ਦੇ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਤਾਰੋਂ ਪਾਰ ਨੇ ਉਹਨਾਂ ਦਾ ਕੀ ਹੋਊਗਾ ਉਹਦੀ ਚਿੰਤਾ ਕਰਨੀ ਚਾਹੀਦੀ ਆ। ਪੰਜਾਬ 'ਚ ਆਪਾਂ ਇੰਡਸਟਰੀ ਕਿਵੇਂ ਵਾਪਸ ਲਿਆ ਸਕਦੇ ਆ, ਬੀਜੇਪੀ ਨੂੰ ਉਹਦੀ ਚਿੰਤਾ ਵੀ ਨਾਲ ਕਰਨੀ ਚਾਹੀਦੀ ਆ। ਪੰਜਾਬ ਦੇ ਅੰਦਰ ਰੋਜ਼ਗਾਰ ਕਿਵੇਂ ਵਾਪਸ ਆ ਸਕਦਾ, ਬੀਜੇਪੀ ਨੂੰ ਉਹ ਵੀ ਚਿੰਤਾ ਕਰਨੀ ਚਾਹੀਦੀ ਆ। ਔਰ ਉਹ ਇੰਡਸਟਰੀ ਜਿਹੜੀ ਤਾਮਿਲਨਾਡੂ, ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ 'ਚ ਲੱਗਦੀ ਪਈ ਆ, ਉਹ ਪੰਜਾਬ 'ਚ ਵਾਪਸ ਕਿਵੇਂ ਆਊਗੀ ਉਹ ਵੀ ਚਿੰਤਾ ਕਰਨੀ ਚਾਹੀਦੀ। ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤੇ ਪੰਜਾਬ ਦੇ ਅੰਦਰ ਇੰਡਸਟਰੀ, ਪੰਜਾਬ ਦੇ ਅੰਦਰ ਬਿਜ਼ਨਸ ਵਪਾਰ ਲੈ ਕੇ ਆਓਗੇ, ਫਿਰ ਬੀਜੇਪੀ ਦੀ ਪ੍ਰਾਇੋਰਟੀ ਇਹ ਆ, ਤਾਂ ਹੀ ਇੱਕ ਸੂਬਾ ਵੀ ਖੁਸ਼ਹਾਲ ਹੋਏਗਾ। ਔਰ ਮੈਂ ਸਮਝਦਾ ਬੀਜੇਪੀ ਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ ਪੰਜਾਬ ਦੇ ਹਰ ਮਸਲੇ ਨੂੰ ਹੱਲ ਕਰਨ ਦਾ, ਕਿਉਂਕਿ 70 ਸਾਲ 'ਚ ਬੀਜੇਪੀ ਨੂੰ ਪਹਿਲੀ ਵਾਰ ਮੌਕਾ ਮਿਲ ਰਿਹਾ। ਔਰ ਜੇਕਰ ਬੀਜੇਪੀ ਲੋਕਾਂ ਨੂੰ ਯਾਦ ਕਰਾਉਣ 'ਚ ਕਾਮਯਾਬ ਹੋਗੀ ਕਿ ਅਸੀਂ ਆ ਵੀ ਤੁਹਾਡਾ ਮਸਲਾ ਹੱਲ ਕਰਤਾ ਵੀ ਕਰਤਾ, ਤੇ ਪੰਜਾਬ ਦੇ ਲੋਕ ਕਿਉਂ ਨਹੀਂ ਸਾਥ ਦੇਣਗੇ?
ਪਰ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਕਿਸਾਨ ਅੰਦੋਲਨ ਕਰਕੇ ਬਹੁਤ ਵੱਡੇ ਪੱਧਰ ਤੇ ਵਿਰੋਧਤਾ ਪੰਜਾਬ ਦੇ ਵਿੱਚ ਵੀ, ਤੁਸੀਂ ਵੀ ਲਗਾਤਾਰ ਕਿਸਾਨਾਂ ਦੇ ਨਾਲ ਖੜਦੇ ਰਹੇ, ਲਗਾਤਾਰ ਵਿਰੋਧਤਾ ਕਰਦੇ ਰਹੇ ਬੀਜੇਪੀ ਦੀ। ਖੈਰ ਹੁਣ ਗੱਲ ਹੋਰ ਹੋ ਗਈ ਹੈ, ਪਰ ਉਹ ਜਿਹੜੀਆਂ ਚੀਜ਼ਾਂ ਲੋਕਾਂ ਦੇ ਮਨਾਂ ਚੋਂ ਨਿਕਲ ਜਾਣਗੀਆਂ, ਜਿਹੜਾ ਵਿਰੋਧ ਸੀਗਾ ਲੋਕਾਂ ਦੇ ਮਨਾਂ ਦੇ ਵਿੱਚ, ਉਹ ਦੂਰ ਹੋ ਪਾਊਗਾ? ਨਹੀਂ, ਮੈਂ ਨਹੀਂ ਕਹਿੰਦਾ ਦੂਰ ਵਿਰੋਧ ਨਹੀਂ ਹੈਗਾ, ਪਰ ਵਿਰੋਧ ਦੂਰ ਕਰਨਾ ਵੀ ਤਾਂ ਪਾਰਟੀ ਦਾ ਹੀ ਫਰਜ਼ ਆ ਨਾ। ਜੇ ਬੀਜੇਪੀ ਦਾ ਹੀ ਕੰਮ ਆ ਨਾ ਇਹ ਕਿ ਲੋਕਾਂ ਨੂੰ ਦੱਸਣ ਕਿ ਠੀਕ ਆ ਹੁਣ ਸਾਡੀ ਆਹ ਕੰਮ ਅਸੀਂ ਕਰਨ ਜਾ ਰਹੇ ਹਾਂ, ਪੰਜਾਬ ਨੂੰ ਆਹ ਬੈਨੀਫਿਟ ਹੋ ਜੂ, ਪੰਜਾਬ ਦੇ ਲੋਕਾਂ ਦਾ ਆਹ ਭਲਾ ਹੋਊਗਾ, ਤੇ ਉਹ ਤੇ ਕੰਮ ਬੀਜੇਪੀ ਦਾ ਹੀ ਆ। ਜਿਹੜੇ ਉਹਨਾਂ ਦੇ ਮਨ 'ਚ ਵਿਰੋਧ ਹੈ, ਬੀਜੇਪੀ ਆ ਕੇ ਕੱਢੇ, ਬੀਜੇਪੀ ਆਪਣੇ ਪਾਲਿਸੀ ਦੱਸੇ, ਬੀਜੇਪੀ ਕੁਝ ਕਰੇ ਤੇ ਕੁਝ ਕਰਕੇ ਦਿਖਾਉਣ ਦੀ ਗੱਲ ਕਰੇ, ਫਿਰ ਲੋਕਾਂ ਦੀ ਗੱਲ ਬੀਜੇਪੀ ਜ਼ਰੂਰ ਸੁਣਨਗੇ। ਕਹਿੰਦੇ ਕਿ ਵੱਡੇ ਵੱਡੇ ਹੋਰ ਲੀਡਰ ਵੀ ਆ ਰਹੇ ਨੇ ਪੰਜਾਬ ਤੋਂ, ਜੁਆਇਨ ਕਰ ਰਹੇ ਨੇ ਬੀਜੇਪੀ ਨੂੰ। ਕੱਲ ਸਰਬਜੀਤ ਮੱਕੜ ਹੁਣੀ, ਸਾਬਕਾ ਡੀਜੀਪੀ ਵਿਰਕ ਹੁਣੀ ਜੁਆਇਨ ਕਰਕੇ ਗਏ। ਹੋਰ ਵੀ ਲੋਕ ਆ ਰਹੇ ਨੇ ਅਕਾਲੀ ਦਲ ਤੋਂ ਜਾਂ ਹੋਰ ਪਾਰਟੀਆਂ ਤੋਂ। ਦੇਖੋ, ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦਾ ਵੀ ਮੈਨੂੰ ਨਹੀਂ, ਪਰ ਮੈਨੂੰ ਜੋ ਜਾਣਕਾਰੀ ਮਿਲਦੀ ਪਈ ਆ ਉਹਦੇ ਮੁਤਾਬਕ ਵੱਡੇ ਲੀਡਰ ਤੇ ਨਹੀਂ ਆ ਰਹੇ, ਪਰ ਬਹੁਤ ਵੱਡੇ ਲੀਡਰ ਆ ਰਹੇ ਨੇ। ਪੰਜਾਬ ਦੇ ਬਹੁਤ ਵੱਡੇ ਲੀਡਰ ਆ ਰਹੇ ਨੇ, ਬਹੁਤ ਵੱਡੇ। ਨਾਮ ਵੀ ਪਤਾ ਹੋਣਾ, ਮਨਜਿੰਦਰ ਸਿੰਘ ਸਿਰਸਾ ਹੋਣਾ। ਨਹੀਂ, ਚਲੋ ਮੇਰੇ ਨਾਮ ਨਾਲ ਕਿਹੜਾ ਕੋਈ ਫਰਕ ਪੈਣਾ ਹੈ, ਪਰ ਆ ਰਹੇ ਨੇ ਤੇ ਆ ਰਹੇ ਨੇ। ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਨਾਲ ਅਲਾਈਅੰਸ ਹੋਣ ਜਾ ਰਿਹਾ। ਹੋਰ ਕਿਹੜੀਆਂ ਪਾਰਟੀਆਂ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਾਥੀ ਹੋਣਗੇ ਤੁਹਾਡੇ? ਦੇਖੋ, ਮੈਨੂੰ ਬਹੁਤ ਵੱਡੀਆਂ ਗੱਲਾਂ ਨੇ, ਉਹਨਾਂ ਗੱਲਾਂ ਦਾ ਮੇਰਾ ਲੈਵਲ ਹੈ ਨਹੀਂ। ਮੈਂ ਐਵੇਂ ਭੁਲੇਖੇ ਜਿਹੀ ਗੱਲਾਂ ਕਰਦਾ ਨਹੀਂ ਹੈਗਾ। ਮੈਂ ਅਲਾਈਅੰਸ ਨਹੀਂ ਕਰਨਾ, ਮੇਰੀ ਅਲਾਈਅੰਸ ਕਰਨ ਦੀ ਹੈਸੀਅਤ ਨਹੀਂ, ਮੇਰੀ ਅਲਾਈਅੰਸ ਕਰਨ ਦੀ ਨੂੰ ਪੁੱਛ ਕੇ ਨਹੀਂ ਕਿਸੇ ਨੇ ਕਰਨਾ। ਇਸ ਕਰਕੇ ਕਿਹਦੇ ਕਿਹਨਾਂ ਕਰਨਗੇ ਉਹ ਕਰਨਗੇ, ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿ ਸਕਦਾ ਕਿ ਜਿਹੜੇ ਲੋਕਾਂ ਨੂੰ ਮੈਂ ਦੇਖਦਾ ਪਿਆ ਏ ਉਹਦੇ ਮੁਤਾਬਕ ਮੈਨੂੰ ਲੱਗਦਾ ਨਹੀਂ ਕਿ ਕੋਈ ਬਹੁਤ ਅਲਾਈਅੰਸ ਹੋਣਗੇ। ਉਹ ਇਹ ਹੀ ਆ ਕਿ ਕੋਈ ਇੱਕ ਅੱਧੀ ਪਾਰਟੀ ਨੂੰ 2-4 ਸੀਟਾਂ ਦੇ ਦੇਣ। ਵੈਸੇ ਉਹ ਸਾਰੇ ਦੇ ਸਾਰੇ ਖੁਦ ਹੀ ਬੀਜੇਪੀ 'ਚ ਆਉਣ ਨੂੰ ਖੜੇ ਨੇ। ਅਲਾਈਅੰਸ ਕਿਹਦੇ ਨਾਲ ਕਰਨਗੇ ਵੀ? ਅਲਾਈਅੰਸ ਦਾ ਮਤਲਬ ਕਿਸੇ ਕੈਪਟਨ ਸਾਹਿਬ ਦਾ ਵੀ ਅਲਾਈਅੰਸ ਦਾ ਮਤਲਬ ਇਹ ਆ ਨਾ ਵੀ, ਤੇ ਜੋ ਸਾਰੇ ਬੰਦੇ ਹੀ ਬੀਜੇਪੀ ਜਾਣ ਨੂੰ ਤਿਆਰ ਖੜੇ ਨੇ, ਤੇ ਮੈਨੂੰ ਨਹੀਂ ਪਤਾ ਕਿ ਅਲਾਈਅੰਸ ਕਿਵੇਂ ਹੋਊਗਾ, ਕੀ ਹੋਊਗਾ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਲੋਕ ਸਿੱਧਾ ਹੀ ਜ਼ਿਆਦਾ ਪਸੰਦ ਕਰਦੇ ਪਏ ਪਾਰਟੀ ਦੇ ਅੰਦਰ ਜਾਣਾ ਬਜਾਏ ਅਲਾਈਅੰਸ ਦੇ, ਜੋ ਮੈਂ ਦੇਖ ਰਿਹਾ। ਕਿ ਕੈਪਟਨ ਕੁਝ ਸੀਟਾਂ ਹਾਸਲ ਕਰ ਪਾਉਣਗੇ, ਪਰ ਕੈਪਟਨ ਲਗਾਤਾਰ ਬੀਜੇਪੀ ਦਾ ਪੱਖ ਪੂਰ ਰਹੇ ਪਿਛਲੇ ਲੰਬੇ ਸਮੇਂ ਤੋਂ। ਨਹੀਂ, ਉਹ ਤੇ ਕੈਪਟਨ ਇੱਕ ਐਸਟੈਬਲਿਸ਼ ਲੀਡਰ ਤੇ ਹੈ ਹੀ ਨੇ। ਉਹ ਹੁਣ ਬੀਜੇਪੀ ਕਿੰਨੀਆਂ ਸੀਟਾਂ ਦਿੰਦੀ, ਕਿਵੇਂ ਉਹਨਾਂ ਲਈ ਕੀ ਅਰੇਂਜਮੈਂਟ ਹੁੰਦਾ, ਮੈਂ ਤੇ ਉਹਦੀ ਕੋਈ ਡਿਸਕਸ਼ਨ ਦਾ ਜਾਂ ਕਿਸੇ ਦਾ ਹਿੱਸਾ ਨਹੀਂ ਹੈਗਾ। ਪੰਜਾਬ ਦੇ ਸਿੱਖਾਂ ਦੇ ਅੰਦਰ ਲਗਾਤਾਰ ਪੰਜਾਬ ਦੇ ਲੋਕ ਆ, ਜਿੱਥੇ ਵੀ ਦੁਨੀਆ ਭਰ ਦੇ ਵਿੱਚ ਸਿੱਖ ਬੈਠੇ ਆ, ਉਹ ਮਨਜਿੰਦਰ ਸਿੰਘ ਸਿਰਸਾ ਤੱਕ ਅਪਰੋਚ ਕਰ ਲੈਂਦੇ ਤਾਂ ਉਹਨਾਂ ਨੂੰ ਲੱਗਦਾ ਕਿ ਸਾਡਾ ਮਸਲਾ ਹੱਲ ਹੋ ਜਾਣਾ। ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ, ਭਾਵੇਂ ਟਵਿੱਟਰ ਤੇ ਵੀ ਤੁਹਾਨੂੰ ਕੋਈ ਅਪਰੋਚ ਕਰਦਾ ਤਾਂ ਤੁਸੀਂ ਉਸ ਨੂੰ ਰਿਸਪੌਂਡ ਕਰਦੇ ਹੋ, ਜਾਂ ਭਾਵੇਂ ਜਿੱਥੋਂ ਦਾ ਮਰਜ਼ੀ ਮਸਲਾ ਹੋਵੇ। ਲਗਾਤਾਰ ਅਸੀਂ ਦੇਖ ਰਹੇ ਹਾਂ ਜਿੱਦਾਂ ਅਫਗਾਨਿਸਤਾਨ ਦੇ ਸਿੱਖ ਲਗਾਤਾਰ ਤੁਹਾਡੇ ਇਨ ਟੱਚ ਨੇ। ਪੰਜਾਬ ਦੇ ਲੋਕਾਂ ਦੇ ਅੰਦਰ ਜਾਂ ਪੰਜਾਬ ਦੇ ਸਿੱਖਾਂ ਦੇ ਅੰਦਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਜਾ ਕੇ ਪੰਜਾਬ 'ਚ ਗੱਲਾਂ ਕਰਨਗੇ ਤਾਂ ਉਹ ਅਸਰ ਕਰਨਗੀਆਂ, ਲੱਗਦਾ ਤੁਹਾਨੂੰ? ਦੇਖੋ, ਮੈਨੂੰ ਇਹ ਨਹੀਂ ਪਤਾ ਗੱਲਾਂ ਅਸਰ ਕਰਨਗੀਆਂ ਨਹੀਂ ਕਰਨਗੀਆਂ, ਪਰ ਮੈਂ ਇਹ ਗੱਲ ਦੱਸਦਾ ਕਿ ਮੈਂ ਕੰਮ ਜੋ ਕਰਦਾ ਸੀ ਨਾ ਉਹਦੀ ਸ਼ਮਤਾ 10 ਗੁਣਾ ਦਿਖੂਗੀ ਹੁਣ ਸਾਰਿਆਂ ਨੂੰ। ਮੰਨ ਲਓ ਅਗਲੇ ਇੱਕ ਕੰਮ ਕਰਨ ਜਾਂਦਾ ਸੀ, ਉਹਦੇ 'ਚ ਮਹੀਨਾ ਲੱਗਦਾ ਸੀ, ਹਫ਼ਤਾ ਲੱਗਦਾ ਸੀ, 2 ਮਹੀਨੇ ਲੱਗਦੇ ਸੀ, ਉਹ ਮੈਂ ਕਹਿ ਸਕਦਾ ਕਿ ਉਹਦੀ ਸਪੀਡ 10 ਗੁਣਾ ਹੋਊਗੀ। ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ, ਦੇਸ਼ ਭਰ ਦੇ ਸਿੱਖਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ, ਠੀਕ ਆ, ਤੁਹਾਨੂੰ ਮੇਰੀ ਗੱਲ ਅੱਜ ਸੁਣਨ 'ਚ ਕੋਈ ਚੰਗੀ ਵੀ ਲੱਗ ਸਕਦੀ, ਕੋਈ ਮਾੜੀ ਵੀ ਲੱਗ ਸਕਦੀ ਆ, ਪਰ ਮੈਂ ਇੱਕ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਨਾ ਮਨਜਿੰਦਰ ਸਿੰਘ ਸਿਰਸਾ ਬਦਲਿਆ, ਨਾ ਉਹਨੂੰ ਕੋਈ ਬਦਲ ਸਕਦਾ ਹੈ। ਜਦੋਂ ਤੁਸੀਂ ਇਹ ਦੇਖੋਗੇ ਕਿ ਮੇਰਾ ਫਾਈਟਰ ਦੇ ਤੌਰ ਤੇ ਉਹ ਫਾਈਟਰ ਜਿਹੜਾ ਪਹਿਲਾਂ ਛੋਟੇ ਰਿੰਗ 'ਚ ਲੜਾਈ ਲੜਦਾ ਸੀ, ਅੱਜ ਵੱਡੇ ਰਿੰਗ 'ਚ ਜਾ ਕੇ ਲੜਦਾ ਪਿਆ ਹੈ, ਤੇ ਤੁਸੀਂ ਉਦੋਂ ਜ਼ਰੂਰ ਮਹਿਸੂਸ ਕਰੋਗੇ ਵੀ ਯਾਰ ਇਹ ਬੰਦੇ ਨੇ ਬੜੀ ਦੂਰ ਤੱਕ ਸੋਚ ਕੇ ਫੈਸਲਾ ਲਿਆ ਹੈ, ਔਰ ਮੈਂ ਛੱਡ ਕੇ ਚੀਜ਼ ਭਰਿਆ ਕਰ ਛੱਡ ਕੇ ਫੈਸਲਾ ਲਿਆ ਹੈ। ਮੈਂ ਕੋਈ ਸਮਾਨ ਚੁੱਕ ਕੇ ਲਿਜਾਉਣ ਵਾਲੇ ਪਰਪਸ ਨਾਲ ਫੈਸਲਾ ਨਹੀਂ ਲਿਆ। ਪਰ ਮੈਂ 2-5 ਮਿੰਟ ਦਾ ਸਮਾਂ ਹੋਰ ਲੈਣਾ। ਅਮਿਤ ਸ਼ਾਹ ਉਹਨਾਂ ਦੇ ਨਾਲ ਕਦੋਂ ਗੱਲਬਾਤ ਹੋਈ ਤੁਹਾਡੀ ਪਾਰਟੀ ਸ਼ਾਮਲ ਹੋਣ ਬਾਰੇ, ਜਾਂ ਕਿਵੇਂ ਸਬਬ ਕਿਵੇਂ ਬਣਿਆ, ਚਰਚਾ ਕਿਵੇਂ ਸ਼ੁਰੂ ਹੋਈ ਹੈ? ਮੇਰੀ ਨਾ ਜਿਹੜੇ ਅਫਗਾਨਿਸਤਾਨ ਦੇ ਸਿੱਖਾਂ ਤੋਂ ਹੀ ਲੈ ਕੇ ਗੱਲਬਾਤ ਸ਼ੁਰੂ ਹੋਈ, ਕਿਉਂਕਿ ਉਹ ਬੜੇ ਦੇਰ ਤੋਂ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਦੇ ਮੈਂ ਤੁਹਾਨੂੰ ਜ਼ਰੂਰ ਆਪਣੇ ਮੁੰਡੇ ਨੂੰ ਕਹੂੰਗਾ ਸਕਰੀਨਸ਼ਾਟ ਵੀ ਲੈ ਕੇ ਜਾਇਓ, ਜਦੋਂ ਉਹਨਾਂ ਦੀ ਗੱਲ ਵੀ ਸੁਣ ਕੇ ਜਾਓ। ਬੜੇ ਮੈਸੇਜ ਲਿਖਦੇ ਸੀ, ਪਲੀਜ਼ ਕੁਝ ਕਰੋ। ਮੈਂ ਇੰਨਾ ਹੈਲਪਲੈਸ ਸੀ। ਮੈਂ ਜੇਪੀ ਸਿੰਘ ਜਿਹੜੇ ਨੇ ਜੁਆਇੰਟ ਸੈਕਟਰੀ, ਉਹਨਾਂ ਨਾਲ ਵੀ ਗੱਲ ਕਰਦਾ ਸੀ, ਹੋਮ ਮਿਨਿਸਟਰ 'ਚ ਵੀ ਗੱਲ ਕਰਦਾ ਸੀ। ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਫਿਰ 2-3 ਵਾਰ ਮੈਸੇਜ ਛੱਡਿਆ ਕਿ ਮੈਂ ਬੜਾ ਜ਼ਰੂਰੀ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ। ਔਰ ਮੇਰਾ ਖਿਆਲ ਐਗਜ਼ੈਕਟ ਮੈਨੂੰ ਯਾਦ ਨਹੀਂ, ਲੇਕਿਨ 24-25 ਤਰੀਕ ਦੇ ਆਸ-ਪਾਸ ਦੀ ਗੱਲ ਆ। ਉਹਨਾਂ ਦਾ ਮੈਨੂੰ ਸਵੇਰੇ ਫੋਨ ਆਉਂਦਾ ਹੈ ਤੇ ਮੈਂ ਉਹਨੂੰ ਦੱਸੋ ਆਪ ਦਾ ਫੋਨ ਆ ਰਿਹਾ ਸੀ। ਮੈਂ ਕਿਹਾ ਜੀ ਮੇਰਾ ਬੜੀ ਜ਼ਰੂਰੀ ਕੰਮ ਆ ਇਸ ਅਫਗਾਨਿਸਤਾਨ ਦਾ, ਬਹੁਤ ਜ਼ਰੂਰੀ, ਮੈਂ ਮਿਲਣਾ ਚਾਹੁੰਦਾ। ਕਹਿੰਦਾ ਚਲੋ ਮੈਂ ਦੱਸਦਾ। ਮੈਂ ਕਹਿੰਦੀ ਦੱਸਦਾ ਨਹੀਂ, ਮੈਨੂੰ ਬਹੁਤ ਜ਼ਰੂਰੀ ਹੈ, ਇਮੀਡੀਏਟਲੀ ਮਿਲਣਾ ਚਾਹੁੰਦਾ। ਉਹਨੇ ਕਿਹਾ ਚਲੋ ਠੀਕ ਹੈ, 10:30 ਵਜੇ ਤੁਸੀਂ ਘਰੇ ਆ ਜਾਓ। ਮੈਂ ਵਿਦਿਨ ਤਿਆਰ ਹੀ ਬੈਠਾ ਸੀ, ਮੈਂ ਫਟਾਫਟ ਚਲੇ ਗਿਆ। ਉੱਥੇ ਬੈਠ ਕੇ ਮੇਰੀ ਡਿਸਕਸ਼ਨ ਸ਼ੁਰੂ ਹੋਈ ਅਫਗਾਨਿਸਤਾਨ ਤੋਂ। ਮੈਂ ਕਿਹਾ ਜਿਨ੍ਹਾਂ ਦਾ ਕਿਸੇ ਦਾ ਨੁਕਸਾਨ ਜਾਨੀ ਹੋ ਜੂ। ਕਹਿੰਦੇ ਕਿਸੇ ਦਾ ਨੁਕਸਾਨ ਨਹੀਂ ਹੋਣੇ ਦੇंगे। मैं कहा जी ये वीज़ा है ने, दे दियो, वीज़ा ही तो देना है। कहता नहीं वीज़ा नहीं देंगे सिरसा जी, उनको हम सेफली निकाल के लाएंगे। उत्थों मेरी उन्होंने गलबात शुरू हुई है। फिर मैं उन्होंने कहा भी तुमने सिखा के मसले एड्रैस करने चाहिए। उन्होंने कहा मैं इसी कदों मना किया है, आप बता दो करतारपुर का लांघा कभी तुम्हारे पहले सोचा था कभी किसी ने? देश के प्रधानमंत्री मोदी जी ने किया। आप जाके देखो गुरुद्वारा का काम जो कर रहे हैं गुजरात के अंदर, गुरु नानक देव पातशाह जी का आपने कभी सोचा है जिस स्टेज पे गुरु नानक देव जी का प्रकाश मनाया गया, या जिस स्टेज पे हम क्योंकि गुरु तेग बहादुर जी के प्रकाश पुरब मेरे नाल पहला भी डिस्कशन कर चुके थे, लेकिन कोविड आ गया तो विचे रह गया। तो आपने जैसे जैसे का
आपने यूनिवर्सिटी का तब भी उन्होंने हमने आकी तो मैं समझदा सीगा कि ਇਹ ਤੇ ਗੱਲ ਇਹਨਾਂ ਦੀ ਜਾਇਜ਼ ਆ ਵੀ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਅਸੀਂ ਲੜ ਕੇ ਕਰਾਉਣਾ ਨਹੀਂ ਚਾਹੁੰਦੇ ਸਿੱਖ ਕਮਿਊਨਿਟੀ ਨੂੰ ਕਨਫਰੰਟ੍ਰੇਸ਼ਨ ਚ ਨਾ ਪਾਇਆ ਜਾਵੇ ਝਗੜੇ ਚ ਨਾ ਪਾਇਆ ਜਾਵੇ ਔਰ ਦੇਸ਼ ਭਰ ਚ ਸਿੱਖ ਵਸਦਾ ਪੰਜਾਬ ਦਿੱਲੀ ਤੋਂ ਬਾਹਰ ਵੀ ਸਿੱਖ ਵਸਦੇ ਨੇ ਉਹਨਾਂ ਨੂੰ ਇੱਕ ਸਿਕਿਉਰਿਟੀ ਮਿਲਦੀ ਆ ਜਦੋਂ ਬੀਜੇਪੀ ਦੇ ਨਾਲ ਕਿਉਂਕਿ ਇੱਕ ਨੈਸ਼ਨਲ ਪਾਰਟੀ ਆ ਰਾਜ ਅੰਦਰ ਆ ਔਰ ਦੇਸ਼ ਦੀਆਂ ਦੋ ਹੀ ਨੈਸ਼ਨਲ ਪਾਰਟੀਆਂ ਇੱਕ ਕਾਂਗਰਸ ਇੱਕ ਬੀਜੇਪੀ ਕਾਂਗਰਸ ਅੰਦਰ ਜਾਣਾ ਤਾਂ ਦੱਸ ਦਿਓ ਤੇ ਫਿਰ ਦੂਜੀ ਪਾਰਟੀ ਕਿਹੜੀ ਬੱਚੀ ਅਗਰ ਆਕਰ ਦੇਸ਼ ਦੀ ਤੁਸੀਂ ਗੱਲ ਕਰਦੇ ਜੀ ਸੋ ਮੈਂ ਇਸ ਪਰਪਸ ਦੇ ਨਾਲ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਸਵੀਕਾਰ ਕੀਤਾ ਮੈਂ ਕਿਹਾ ਬਹੁਤ ਠੀਕ ਇਹਨਾਂ ਦੀ ਗੱਲ ਠੀਕ ਹੈਗੀ ਮੈਂ ਵਿਚਾਰ ਕਰਕੇ ਤੁਹਾਨੂੰ ਟਾਈਮ ਦੇ ਮੈਂ ਦੱਸੂਗਾ ਮੈਂ ਬਹੁਤ ਜਲਦੀ ਇਸ ਫੈਸਲੇ ਨੂੰ ਲੈ ਲਿਆ ਉਹਨਾਂ ਨੇ ਆਫਰ ਕੀਤਾ कि ਤੁਸੀਂ भी शामिल हो बिल्कुल मैंने उन्होंने ऑफर किया कि सर जी आपको करना चाहिए अगर आप सोचते हो ये आप इतनी जगह पे लड़ते हो ऐसी लड़ाई लड़ते हो तो जब आपको पता है कि आज एक प्लेटफॉर्म आपको मिल सकता है जिस जो आपको लड़ाई मैं उन्होंने दसिया मैं कहा जी आयुष्मान में 1 मिनट इशू पढ़ के होने क्यों नहीं होंगे होने वाले हैं क्यों नहीं करेंगे इनमें से कौन सा हमने नहीं पहले छोड़ नहीं किया तो मैनू भी लगा यार गल तो ठीक है आप एड्रैस कितना कर सकते हो और कोई तरीका ही नहीं है पर मैं फिर अपने मन से बना लिया कि यार लोग कल कहना ही सी ਹੁਣ ਵੀ ਕਹਿ ਰਹੇ ਨੇ ਵੀ ਇਹ ਤੂੰ ਫਿਰ ਨਹੀਂ ਫਿਰ ਜੇ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਦੇ ਰੂਪ ਚ ਰਹਿੰਦਾ ਫਿਰ ਇਹ ਕਹਿਣਾ ਸੀ ਪ੍ਰਧਾਨਗੀ ਵਾਸਤੇ ਇਹਨੇ ਆਪਣੀ ਠੀਕ ਕਰਾਉਣ ਮੈਂ ਕਿਹਾ ਪਹਿਲਾਂ ਸਭ ਕੁਝ ਛੱਡਣਾ ਨਾਲ ਇਹ ਵੀ ਕਹਿਣਾ ਮੈਂ ਗਾਵੇਂ ਨਹੀਂ ਲੜਨੀ ਇਹ ਨਾ ਸੰਦੇਸ਼ ਜਾਵੇ ਵੀ ਇਸ ਪਰਪਸ ਵਾਸਤੇ ਹੈਗਾ ਹੈ ਸੋ ਮੈਂ ਤੇ ਮੈਨੂੰ ਨਹੀਂ ਲੱਗਦਾ ਕਿ 70 ਸਾਲਾਂ ਚ ਕੋਈ ਵੀ ਬੰਦੇ ਨੇ ਇਸ ਤਰੀਕੇ ਨਾਲ ਕੀਤਾ ਹੋਊਗਾ ਜਿਹੜੀ ਪ੍ਰਧਾਨੀਆਂ ਪਿੱਛੇ ਲੋਕ ਕਿਰਪਾਨਾਂ ਮਾਰਦੇ ਨੇ ਵੱਢਦੇ ਨੇ ਕੁੱਟਦੇ ਨੇ ਟਪਾਣੇ ਜਾਂਦੇ ਨੇ ਪਾਰਟੀਆਂ ਚ ਬਹੁਤ ਗੰਦ ਪਾਉਂਦੇ ਨੇ ਮੈਂ ਬੜੇ ਗ੍ਰੇਸਫੁਲੀ ਔਰ ਮੈਂ ਇੱਕ ਮੈਂਬਰ ਨੂੰ ਵੀ ਨਹੀਂ ਕਿਹਾ ਵੀ ਤੂੰ ਮੇਰਾ ਸਾਥ ਦਿਓ ਮੈਂ ਕਹਿੰਦਾ ਇਹ ਗੁਰੂ ਘਰ ਦੇ ਸੇਵਾਦਾਰ ਨੇ ਗੁਰੂ ਘਰ ਦੇ ਸੇਵਾਦਾਰ ਰਹੋ ਸਭ ਚ ਮੀਟਿੰਗ ਕਰਕੇ ਅਨਾਉਂਸਮੈਂਟ ਕਰਕੇ ਆ ਵੀ ਅੱਜ ਤੋਂ ਬਾਅਦ ਮੈਂ ਇਸ ਚੁਣਾਵ ਚ ਨਹੀਂ ਆਉਂਗਾ ਦੂਜੀ ਗੱਲ ਬਹੁਤ ਸੌਖਾ ਹੁੰਦਾ ਹੈ ਐਲੀਗੇਸ਼ਨ ਲਾ ਕੇ ਛੱਡਣਾ ਮੈਂ ਵੀ ਲਾ ਸਕਦਾ ਸੀ ਨਾ ਉਹ ਜੀ ਬੇਅਦਬੀ ਕਰਕੇ ਆ ਜੀ ਬੜਾ ਪਰ ਦਬਾਅ ਆ ਜੀ ਕਿਸਾਨੀ ਕਰਕੇ ਆ ਜੀ ਬੜਾ ਦਬਾਅ ਆ ਜੀ ਦੇਖੋ ਜੀ ਮਾੜਾ ਕਹਿੰਦੇ ਪਏ ਨੇ ਜੀ ਨਸ਼ਾ ਕਰਕੇ ਆ ਜੀ ਕੋਈ ਦੇਖੋ ਮੈਨੂੰ ਕੋਈ ਕਾਰਨ ਨਹੀਂ ਸੀਗਾ ਮੈਨੂੰ ਪਾਰਟੀ ਨੇ ਮਾਣ ਵੀ ਦਿੱਤਾ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਮੇਰੇ ਰਿਸ਼ਤੇ ਵੀ ਬਹੁਤ ਵਧੀਆ ਰਹੇ ਨੇ ਲੇਕਿਨ ਅੱਜ ਉਹ ਇਸ ਸਥਿਤੀ 'ਚ ਨਹੀਂ ਹੈਗੇ ਕਿ ਉਹ ਸਿੱਖਾਂ ਦੇ ਦੇਸ਼ ਭਰ ਦੇ ਸਿੱਖਾਂ ਦੇ ਮਸਲਿਆਂ ਦੀ ਕੁਝ ਵੀ ਕਰ ਸਕਣ ਉਹ ਇਸ ਸਥਿਤੀ 'ਚ ਨਹੀਂ ਹੈਗੇ ਪਰ ਇਸ ਚੀਜ਼ ਨੂੰ ਕਿਦਾਂ 1-2 ਮਿੰਟ ਦਾ ਮੇਰੇ ਅਖੀਰਲੇ ਸਵਾਲ ਨੇ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿੱਦਾਂ ਖੇਤੀਬਾੜੀ ਕਾਨੂੰਨ ਲਾਗੂ ਹੋਏ ਫਿਰ ਤੁਹਾਡਾ ਗੱਠਜੋੜ ਟੁੱਟਿਆ ਅਕਾਲੀ ਦਲ ਹਾਲਾਂਕਿ ਮੈਂ ਤੁਹਾਡਾ ਨਹੀਂ ਕਹੂੰਗਾ ਉਦੋਂ ਸੀਗੇ ਤੁਸੀਂ ਪਰ ਹੁਣ ਬੀਜੇਪੀ ਦੇ ਹੋ ਗਏ ਹੋ ਔਰ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਇਸ ਮਸਲੇ ਨੂੰ ਲੈ ਕੇ ਤੁਸੀਂ ਪਹਿਲਾਂ ਗੱਲਬਾਤ ਕਰ ਲੈਂਦੇ ਤੇ ਇਹ ਮਸਲਾ ਵੀ ਹੱਲ ਹੋ ਸਕਦਾ ਸੀਗਾ ਇੰਨੇ ਕਿਸਾਨਾਂ ਦੀ ਜਾਨ ਨਹੀਂ ਜਾਣੀ ਸੀ ਮੇਰੀ ਤੇ ਮੈਂ ਤੇ ਅੱਜ ਵੀ ਉਸ ਹੈਸੀਅਤ ਦਾ ਆਦਮੀ ਨਹੀਂ ਹੈਗਾ ਲੇਕਿਨ ਇਹ ਫਿਰ ਅਕਾਲੀ ਦਲ ਹੀ ਗੱਲ ਕਰ ਸਕਦਾ ਸੀ ਨਾ ਜਿਹੜੇ ਲੋਕ ਸੱਤਾ ਸੀ ਸਰਕਾਰ ਸੀ ਅਲਾਈਅੰਸ ਪਾਰਟਨਰ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਵੈਸੇ ਮੈਂ ਇੰਨਾ ਵੱਡਾ ਹੈ ਨਹੀਂ ਨਾ ਹੀ ਮੈਂ ਅਕਾਲੀ ਦਲ 'ਚ ਜਿਹੜੀ ਲੋਕ ਬਾਕੀ ਲੋਕਾਂ ਦੀ ਜਗ੍ਹਾ ਹੈ ਉਹ ਸਾਡੇ ਮੇਰੇ ਤੇ ਹੋ ਹੀ ਨਹੀਂ ਸਕਦੇ ਪਰ ਜਿਸ ਤਰੀਕੇ ਸਰਦਾਰ ਨੇ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਜ਼ੀਰ ਸੀ ਨਾ ਉਹਨਾਂ ਦੀ ਜਿਤਨਾ ਮਰਜ਼ੀ ਉਹ ਆਪਣੀ ਗੱਲ ਨੂੰ ਸੁਣਾਉਂਦੇ ਉਹਨਾਂ ਨੂੰ ਆਪਣੀ ਗੱਲ ਸੁਣਾਉਣੀ ਚਾਹੀਦੀ ਸੀ ਢਿੱਲਵਰਤੀ ਮਤਲਬ ਅਕਾਲੀ ਦਲ ਨੇ ਉਸ ਸਮੇਂ ਢਿੱਲਵਰਤੀ ਮੈਂ ਕਹੂੰਗਾ ਕਿ ਦੇਖੋ ਹਰੇਕ ਦੀ ਆਪਣੀ ਆਪਣੀ ਮੈਨੇਜਮੈਂਟ ਸਕਿੱਲਸ ਹੁੰਦੀਆਂ ਨੇ ਮੈਂ ਉਹਨਾਂ ਨੂੰ ਕਸੂਰਵਾਰ ਨਹੀਂ ਕਿਸੇ ਨੂੰ ਠਹਿਰਾਊਂਗਾ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਮੈਂ ਹੁਣ ਸਰਕਾਰ ਦੇ ਲੋਕਾਂ ਨਾਲ ਗੱਲ ਕਰ ਰਿਹਾ ਜਿਸ ਤਰੀਕੇ ਨਾਲ ਹੁਣ ਮੈਂ ਗੱਲ ਕਰ ਰਿਹਾ ਬਈ ਮੈਂ ਇਹ ਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਕਹਿ ਸਕਦਾ ਕਿ ਮੈਨੂੰ देश के गृह मंत्री अमित शाह जी ने गल कही कि हमें अगर ये बात बताते कि किसानी तो हमारा वोट मैं बात करता अरे भाई कन्फ्रंट्रेशन में तो नहीं है ना आप यूनिलैटरल फैसले लेते हो बैठ के चर्चा तो करो मैनू लगता कितना किते कम्युनिकेशन एरर है या बैटर कोऑर्डिनेशन दे नाल काम सिरे चढ़ाया जा सकता सी मैनू ये लगता है ते बजाय घबराउण दे छड्ड के भज्जण दे मतलब ਉਹਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਮੈਨੂੰ ਲੱਗਦਾ ਕੋਈ ਜਲਦੀ ਘਬਰਾ ਵੀ ਗਏ ਕਿ ਸਾਡੇ ਤੇ ਗੱਲ ਪਊਗੀ ਮੈਨੂੰ ਜੋ ਲੱਗ ਰਿਹਾ ਜਿਹਦੇ ਕਿ ਮਨਜਿੰਦਰ ਸਿੰਘ ਸਿਰਸਾ ਪਿਛਲੇ ਕਈ ਰਾਤਾਂ ਤੋਂ ਸੌ ਨਹੀਂ ਪਾ ਰਹੇ 2-2 ਵਜੇ ਤੱਕ ਰਾਤ ਨੂੰ ਕੰਮ ਕਰਦੇ ਆ ਵਰਕਿੰਗ ਸਟਾਈਲ ਦਾ ਫਰਕ ਹੈਗਾ ਅਕਾਲੀ ਦਲ ਦਾ ਔਰ ਬੀਜੇਪੀ ਦੇ ਵਿੱਚ ਕਿੰਨਾ ਫਰਕ ਮੰਨਦੇ ਨਹੀਂ ਫਰਕ ਬਹੁਤ ਆ ਦੇਖੋ ਉੱਥੇ ਖੁਦ ਦੇਸ਼ ਦੇ ਗ੍ਰਹਿ ਮੰਤਰੀ ਖੁਦ ਕੰਮ 'ਚ ਇੰਟਰਸਟ ਲੈਂਦੇ ਆ ਪਰ ਮੈਂ ਨਹੀਂ ਕਹਿ ਸਕਦਾ ਕਿ ਇੱਥੇ ਨਹੀਂ ਲੈਂਦੇ ਸੀਗੇ ਦੇਖੋ ਮੈਂ ਪਾਰਟੀ ਛੱਡ ਦਿੱਤੀ ਆ ਪਰ ਸੁਖਬੀਰ ਸਿੰਘ ਬਾਦਲ ਵੀ 2-2 ਵਜੇ ਤੱਕ ਕੰਮ ਕਰਨ ਵਾਲਾ ਆਦਮੀ ਆ ਦੇਖੋ ਉਹਨਾਂ ਦੀ ਕਮੀ ਉਹਨਾਂ ਦੇ ਵੀ ਬਹੁਤ ਗੁਣ ਨੇ ਬਹੁਤ ਔਗੁਣ ਵੀ ਹੁੰਦੇ ਹਰ ਬੰਦੇ 'ਚ ਮੇਰੇ 'ਚ ਇੰਨੇ ਔਗੁਣ ਨੇ ਲੇਕਿਨ ਅਮਿਤ ਸ਼ਾਹ ਜਿਹੜਾ ਹੈ ਨਾ ਉਹਨਾਂ ਦਾ ਵਰਕਿੰਗ ਸਟਾਈਲ ਜਿਹੜਾ ਹੈ ਉਹ ਐ ਨਹੀਂ ਹੈਗਾ ਚੱਲਦਾ ਫਿਰਦਾ ਨਹੀਂ ਹੈਗਾ ਇਟ ਹੈਜ਼ ਟੂ ਬੀ ਡਨ ਇਟ ਹੈਜ਼ ਟੂ ਬੀ ਡਨ ਬਾਈ ਹੁੱਕ ਔਰ ਕਰੁਕ ਇਟ ਹੈਜ਼ ਟੂ ਬੀ ਡਨ ਤੇ ਉਹਦੇ ਵਾਸਤੇ ਕੋਈ ਟਾਈਮ ਫਰੇਮ ਨਹੀਂ ਹੈਗਾ ਫਿਰ ਵੀ ਰਾਤ 2 ਵਜੇ ਤੱਕ ਬੈਠਣਾ 3 ਵਜੇ ਤੱਕ ਬੈਠਣਾ ਜਾਂ 4 ਵਜੇ ਤੱਕ ਬੈਠਣਾ ਮੈਂ ਤੇ 12:30 1 ਵਜੇ ਫਿਰ ਵੀ ਉੱਠ ਕੇ ਨੇ ਪਰ ਲੋਕਾਂ ਨੇ ਮੈਨੂੰ ਕਹਿੰਦੇ ਕਿਹਾ ਕਿ 3:30 ਵਜੇ ਤੱਕ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਕਈ ਵਾਰ ਇਹਨਾਂ ਡਾਊਨ ਹੋਣ ਦਾ ਰੀਜ਼ਨ ਮਨਜਿੰਦਰ ਸਿੰਘ ਸਿਰਸਾ ਨੂੰ ਕਿਹਾ ਜਾ ਰਿਹਾ ਕਿ ਬੁਲਾਇਆ ਗਿਆ ਸੀ ਫਿਰ ਫੀਡਬੈਕ ਵੀ ਲਿਆ ਗਿਆ ਤੁਸੀਂ ਫੀਡਬੈਕ ਵੀ ਕਹਿੰਦੇ ਦੇ ਕੇ ਆਏ ਹੋ ਫਿਰ ਇਹਨਾਂ ਡਾਊਨ ਜਾਣ ਦਾ ਕੀ ਰੀਜ਼ਨ ਹੁਣ ਤਾਂ ਤੁਸੀਂ ਆਪ ਹੀ ਮੰਨ ਰਹੇ ਹੋ ਕਿ ਬੀਜੇਪੀ ਦੀ ਟੱਕਰ ਸਿਰਫ ਕਾਂਗਰਸ ਦੇ ਨਾਲ ਹੋਏਗੀ ਹੋਰ ਕੋਈ ਅਕਾਲੀ ਦਲ ਵੀ ਬਹੁਤ ਡਾਊਨ ਹੈ ਡਾਊਨ ਜਾਣ ਦਾ ਰੀਜ਼ਨ ਵੈਸੇ ਮੈਂ ਫਿਰ ਕਹਾਂ ਮੇਰੀ ਹੈਸੀਅਤ ਹੈ ਨਹੀਂ ਮੈਂ ਇਸ ਲਾਇਕ ਨਹੀਂ ਹੈਗਾ ਪਰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬੜੇ ਗ੍ਰੇਸਫੁਲੀ ਇੱਕ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਤੁਹਾਡੇ 5-7 ਬੰਦੇ ਤੁਹਾਡੇ ਘੇਰੇ ਤੁਰੇ ਫਿਰਦੇ ਨਾ ਤੁਹਾਨੂੰ ਇਹ ਮਹਾਨ ਨਲਾਇਕ ਨੇ ਮਰਵਾ ਕੇ ਛੱਡਣਗੇ ਮਰਵਾ ਰਹੇ ਨੇ ਰੋਜ਼
ਇਹਨਾਂ ਦੀ ਇੱਕੋ ਸੋਚ ਹੈ, ਜਿਹੜੇ 5-7 ਉਹਨਾਂ ਦੇ ਆਸ-ਪਾਸ ਤੁਰੇ ਫਿਰਦੇ ਆ। ਪਤਾ ਕੀ ਕਹਿੰਦੇ, ਆਪਾਂ 7 ਹੀ ਰਹਿ ਜਾਈਏ, ਸਰਕਾਰ ਆਵੇ ਨਾ, ਬੰਦੇ ਤਾਂ ਆਪਾਂ 7 ਰਹੀਏ। ਮੈਂ ਨਾਮ ਨਹੀਂ ਕਿਸੇ ਦਾ ਵੀ ਲੈਂਦਾ, ਪਰ ਉਹਨਾਂ ਨੂੰ ਪਤਾ ਹੀ ਹੋਊਗਾ, ਤੇ ਉਹਨਾਂ ਨੂੰ ਜੋ ਪਾਰਟੀ ਦਾ ਇੱਕ ਸਟ੍ਰਕਚਰ ਹੁੰਦਾ ਉਸ ਮੁਤਾਬਕ ਆਪਣੇ ਕੋਲ ਲੋਕ ਰੱਖਣੇ ਚਾਹੀਦੇ ਨੇ। ਨਾਮ ਦੱਸ ਕੇ ਆਏ ਸੀ ਤੁਸੀਂ ਸੁਖਬੀਰ ਬਾਦਲ ਹੁਣਾਂ ਵੀ ਇਹਨਾਂ ਨੂੰ ਥੋੜਾ ਬਾਹਰ ਕਰੋ, ਇਹਨਾਂ ਦੇ ਘੇਰੇ ਚੋਂ ਬਾਹਰ ਨਿਕਲੋ। ਮੈਂ ਨਹੀਂ ਕਦੀ ਕਹਿ ਦਿੰਦਾ ਸੀ, ਪਰ ਮੈਂ ਉਹਨਾਂ ਨੂੰ ਜ਼ਰੂਰ ਇਹ ਗੱਲਾਂ ਕਹਿੰਦਾ ਰਿਹਾ ਹਾਂ, ਔਰ ਬੜੀ ਗ੍ਰੇਸਫੁਲੀ ਸਾਡੀ ਗੱਲ ਸੁਣਦੇ ਸੀ, ਐ ਨਹੀਂ ਸੁਣਦੇ ਸੀ। ਉਹਨਾਂ ਨੂੰ ਮੈਂ ਬਾਰ-ਬਾਰ ਕਹਿੰਦਾ ਰਿਹਾ ਕਿ ਤੁਹਾਡੀਆਂ ਜਿਹੜੇ ਸਿਸਟਮ ਨੇ ਉਹ ਐਪੋਪ੍ਰੀਏਟ ਨਹੀਂ। ਹੁਣ ਚੰਗੇ ਬੰਦੇ ਨੂੰ ਮੈਂ ਗੱਲ ਕਹਾਂ, ਪਰਮਿੰਦਰ ਬਰਾੜ ਵਰਗੇ ਬੰਦੇ ਨੂੰ ਅਗਰ ਤੁਸੀਂ ਸੰਭਾਲ ਨਹੀਂ ਸਕਦੇ, ਮੈਂ ਪਰਮਿੰਦਰ ਇੱਕ ਮੇਰੀ ਪਾਰਟੀ 'ਚ ਦਿੱਕਤ ਰਹੀ ਵੀ ਪਰਮਿੰਦਰ ਬਰਾੜ ਸਿਰਸੇ ਦਾ ਬੰਦਾ ਹੈ, ਪਰ ਮੈਂ ਉਹਨਾਂ ਨੂੰ ਬਾਰ-ਬਾਰ ਸਮਝਾਉਂਦਾ ਰਿਹਾ, ਕੰਮ ਵਾਲੇ ਬੰਦੇ ਸਾਰੇ ਮੇਰੇ ਨੇ, ਮੈਂ ਕੰਮ ਦਾ ਪੈਸ਼ਨ ਆ ਮੈਨੂੰ ਉਹ ਬੰਦਾ ਮੇਰੇ ਕੋਲ ਇੱਕ ਦਿਨ 'ਚ ਮੇਰੀ ਗੱਡੀ 'ਚ ਚੜ ਜਾਊਗਾ ਜਿਹਨੂੰ ਕੰਮ ਕਰਨਾ ਆਉਂਦਾ ਹੋਊਗਾ, ਤੇ ਉਹ ਬੰਦਾ ਮੇਰੀ ਗੱਡੀ ਦੇ ਲਾਗੇ ਨਹੀਂ ਲੱਗ ਸਕੂਗਾ ਜਿਹਨੂੰ ਕੰਮ ਤੋਂ ਲਾਲਚ ਹੋਊਗਾ। ਪਰਮਿੰਦਰ ਬਰਾੜ ਨੂੰ ਕੰਮ ਕਰਨਾ ਆਉਂਦਾ ਸੀ, ਮੈਨੂੰ ਚੰਗਾ ਲੱਗਣ ਲੱਗ ਪਿਆ, ਕੋਈ ਮੇਰੀ ਰਿਸ਼ਤੇਦਾਰੀ ਤੇ ਉਹਦੇ ਨਾਲ ਹੈ ਨਹੀਂ ਸੀਗੀ। ਪਾਰਟੀ ਨੂੰ ਇਹ ਸੋਚਣਾ ਚੱਲਣਾ ਚਾਹੀਦਾ ਵੀ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ, ਜੇ ਪਰਮਿੰਦਰ ਬਰਾੜ ਵਰਗੇ ਬੰਦੇ ਨੂੰ ਤੁਸੀਂ ਕੰਮ ਨਾ ਲੈ ਸਕੋ, ਉਹਨੂੰ ਧੱਕੇ ਮਾਰ ਕੇ ਤੁਸੀਂ ਕੱਢ ਦਿਓ ਬਾਹਰ, ਫਿਰ ਪਾਰਟੀ ਤਾਂ ਨਹੀਂ ਰਾਹ 'ਚ ਆਉਣ ਵਾਲੀ। ਸੋਚਣ ਦੀ ਲੋੜ ਆ ਉਹਨਾਂ ਨੂੰ। ਪਰਮਿੰਦਰ ਬਰਾੜ ਨੂੰ ਤੁਸੀਂ ਲੈ ਕੇ ਆਏ ਹੋ ਕਾਂਗਰਸ ਚੋਂ ਬੀਜੇਪੀ 'ਚ? ਮੈਂ ਨਹੀਂ, ਮੇਰੀ ਕੋਈ ਹੈਸੀਅਤ ਨਹੀਂ ਹੈ ਕਿ ਮੈਂ ਤੁਹਾਨੂੰ ਦੱਸਿਆ, ਮੈਂ ਤੇ ਉਹਦੀ ਗੱਲ ਕੀਤੀ ਹੈ, ਮੈਂ ਇੰਨਾ ਵੱਡਾ ਨਹੀਂ ਹੈਗਾ, ਮੈਂ ਫਿਰ ਕਹਾਂ ਮੈਨੂੰ ਕੋਈ ਭੁਲੇਖਾ ਨਹੀਂ ਆਪਣੇ ਬਾਰੇ 'ਚ। ਬਹੁਤ ਸ਼ੁਕਰੀਆ ਸਿਰਸਾ ਜੀ, ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਸੋ ਮਨਜਿੰਦਰ ਸਿੰਘ ਸਿਰਸਾ ਪ੍ਰੋ ਪੰਜਾਬ ਟੀਵੀ ਦੇ ਨਾਲ ਗੱਲਬਾਤ ਕਰ ਰਹੇ ਸੀ। ਮਨਜਿੰਦਰ ਸਿੰਘ ਸਿਰਸਾ ਹੁਣਾਂ ਨੇ तमाम ਉਹ ਗੱਲਾਂ ਕਹੀਆਂ ਨੇ। ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਿ ਬੀਜੇਪੀ ਨੂੰ ਲੈ ਕੇ, ਕਿਉਂਕਿ ਅਕਾਲੀ ਦਲ ਖਾਸ ਤੌਰ ਤੇ ਅਕਾਲੀ ਦਲ ਸੂਬੇ ਦੀ ਪਾਰਟੀ ਹੈ ਔਰ ਇਸ ਕਰਕੇ ਹੋਰ ਬਹੁਤ ਸਾਰੇ ਸਿੱਖਾਂ ਦੇ ਮਸਲੇ ਆ। ਇਹਨਾਂ ਨੇ ਜੋ ਮੇਜਰ ਰੀਜ਼ਨ ਦੱਸਿਆ ਕਿ ਹੋਰ ਸਿੱਖਾਂ ਦੇ ਬਹੁਤ ਸਾਰੇ ਮਸਲੇ ਆ, ਭਾਵੇਂ ਅਫਗਾਨਿਸਤਾਨ ਦੇ ਵਿੱਚ ਹੋਵੇ ਜਾਂ ਹੋਰ ਦੇਸ਼ਾਂ ਦੇ ਵਿੱਚ, ਹੋਰ ਸੂਬਿਆਂ ਦੇ ਵਿੱਚ ਜੋ ਮਸਲੇ ਨੇ ਉਹ ਬੀਜੇਪੀ ਹੀ ਹੱਲ ਕਰਵਾ ਸਕਦੀ ਹੈ। ਤੇ ਨਾਲ ਹੀ ਇਹਨਾਂ ਨੇ ਇੱਕ ਸਟੇਟਮੈਂਟ ਹੋਰ ਦਿੱਤੀ ਹੈ ਕਿ ਜੋ ਟੱਕਰ ਰਹੇਗੀ ਪੰਜਾਬ ਦੇ ਵਿੱਚ, ਪੰਜਾਬ ਇਲੈਕਸ਼ਨ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ, ਉਹ ਬੀਜੇਪੀ ਔਰ ਕਾਂਗਰਸ ਦੀ ਹੀ ਟੱਕਰ ਰਹੇਗੀ, ਅਕਾਲੀ ਦਲ ਕਿਤੇ ਨਜ਼ਰ ਨਹੀਂ ਆਏਗਾ। ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਨਸੀਹਤ ਉਹਨਾਂ ਨੇ ਦਿੱਤੀ ਹੈ ਕਿ 5-7 ਬੰਦਿਆਂ ਦਾ ਜਿਹੜਾ ਘੇਰਾ ਹੈ ਇਸ ਨੂੰ ਤੋੜ ਕੇ ਬਾਹਰ ਨਿਕਲੋ, ਨਹੀਂ ਤਾਂ ਫਿਰ ਤੁਹਾਡਾ ਨੁਕਸਾਨ ਹੋਏਗਾ। ਹੋਰ ਵੀ ਬਹੁਤ ਸਾਰੀਆਂ ਗੱਲਾਂ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਅਸੀਂ ਕੀਤੀਆਂ ਨੇ। ਉਮੀਦ ਕਰਦਾ ਕਿ ਤੁਹਾਡੇ ਕੱਲੇ-ਕੱਲੇ ਸਵਾਲ ਦਾ ਜਵਾਬ ਮਿਲਿਆ ਹੋਵੇਗਾ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।